ਉਹ ਸਮਾਂ ਕਿਵੇਂ ਦਾ ਸੀ, ਕਿਵੇਂ ਲੰਘਿਆ? ਬੜੀ ਮੁਸ਼ਕਲ ਲੰਘਿਆ ਹੈਗਾ, ਬਿਨਾਂ ਕਿਸੇ ਗੁਨਾਹ ਤੋਂ ਸਜ਼ਾ ਕੱਟੀ ਹੈ। ਘਰ 'ਚ ਹੀ ਕੈਦੀ ਹੋ ਗਏ। ਪਰ ਜਿਹੜੇ ਕਵੀ ਹੁੰਦੇ ਆ, ਲਿਖਾਰੀ ਹੁੰਦੇ ਆ, ਉਹ ਤੇ ਇਕੱਲੇ ਰਹਿ ਕੇ ਜ਼ਿਆਦਾ ਕੁਝ ਲਿਖਦੇ ਆ। ਉਹਨਾਂ ਦੀ ਤਾਂ ਆਦਤ ਵੀ ਹੁੰਦੀ ਆ ਕਿ ਚੁੱਪ ਸ਼ਾਂਤ ਹੋ ਕੇ ਬਹਿ ਕੇ ਲਿਖਣਾ। ਸੋ ਤੁਹਾਨੂੰ ਤਾਂ ਬੜਾ ਸਮਾਂ ਮਿਲਿਆ ਹੋਵੇਗਾ ਲਿਖਣ ਲਈ। ਬੜਾ ਕੁਝ ਲਿਖਿਆ, ਕਿਸਾਨੀ ਸੰਘਰਸ਼ ਦੇ ਉੱਤੇ ਬਹੁਤ ਕੁਝ ਲਿਖਿਆ ਜਾ ਚੁੱਕਿਆ। ਐਪਰੀਸ਼ੀਏਟ ਕਰਨਾ, ਲੋਕਾਂ ਨੂੰ ਦੱਸਣਾ, ਪਤਾ ਲੱਗੇ, ਨਵੀਂ ਪੀੜ੍ਹੀ ਨੂੰ ਸਾਹਿਤ ਦੇ ਨਾਲ ਜੋੜਨਾ। ਕਹਿੰਦਾ ਪੰਜਾਬੀਏ ਜਵਾਨੇ ਜਿੰਦ ਜਾਨ ਤੋਂ ਪਿਆਰੀ ਹੈ। ਕੀ ਬਾਤ ਹੈ। ਪੰਜਾਬੀਏ ਜਵਾਨੇ ਜਿੰਦ ਜਾਨ ਤੋਂ ਪਿਆਰੀ ਹੈ, ਤੇਰੇ ਤੇ ਪੰਜਾਬੀਆਂ ਨੂੰ ਮਾਣ। ਦੁਨੀਆ ਦੇ ਕੋਨੇ ਕੋਨੇ ਸੋਹਣੀਏ ਸੁਨੱਖੀਏ, ਅੱਜ ਤੇਰੀ ਵੱਖਰੀ ਪਛਾਣ। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਖਾਸ ਮੁਲਾਕਾਤ ਵਿੱਚ। ਤੁਸੀਂ ਜਾਣਦੇ ਹੋ ਕਿ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਆਪਣੀ ਕਮਿਊਨਿਟੀ ਦੀਆਂ ਜਿਹੜੀਆਂ ਖਾਸ ਸ਼ਖਸੀਅਤਾਂ ਆ, ਜਿਹੜੇ ਹਮੇਸ਼ਾ ਹੀ ਤਤਪਰ ਰਹਿੰਦੇ ਨੇ, ਆਪਣੀ ਕਲਮ ਦੇ ਰਾਹੀਂ ਦੁਨੀਆ ਦੇ ਵਿੱਚ ਕੋਈ ਨਾ ਕੋਈ ਵਧੀਆ ਮੈਸੇਜ ਲੈ ਕੇ ਆਉਂਦੇ ਨੇ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਰਾਈਟਰਾਂ ਦੀ, ਲਿਖਾਰੀਆਂ ਦੀ, ਤੇ ਇਹ ਸਮਾਜ ਦਾ ਆਇਨਾ ਹੁੰਦੇ ਨੇ ਜੋ ਇਹਨਾਂ ਦੀਆਂ ਲਿਖਤਾਂ ਦੇ ਵਿੱਚ ਹੁੰਦਾ। ਕਿਉਂਕਿ ਕਹਿੰਦੇ ਜਦੋਂ ਕਲਮ ਚੱਲਦੀ ਆ ਨਾ ਤੇ ਕ੍ਰਾਂਤੀ ਆਉਂਦੀ ਆ। ਕੱਕੇ ਤੇ ਕਲਮ ਤੇ ਕੱਕੇ ਤੇ ਕ੍ਰਾਂਤੀ। ਸੋ ਕਲਮ ਜਿਹੜਾ ਵਾਰ ਕਰਦੀ ਆ ਨਾ, ਉਹ ਤਲਵਾਰ ਨਹੀਂ ਕਰ ਸਕਦੀ। ਸੋ ਤਲਵਾਰ ਦੇ ਫੱਟ ਭਰ ਜਾਂਦੇ ਆ, ਪਰ ਕਲਮ ਦੇ ਜਿਹੜੇ ਫੱਟ ਹੁੰਦੇ ਆ ਨਾ, ਉਹ ਹਮੇਸ਼ਾ ਅੱਲੇ ਰਹਿੰਦੇ ਆ। ਕਿਉਂਕਿ ਜਦੋਂ ਵੀ ਉਹ ਲਿਖਤ ਕਿਸੇ ਦੇ ਸਾਹਮਣੇ ਆ ਜਾਣੀ ਆ ਟਾਈਮ ਟੂ ਟਾਈਮ, ਤੇ ਉਸ ਲਈ ਉਹ ਸੱਚ ਕੀ ਸੀ ਉਸ ਲਿਖਤ ਦੇ ਪਿੱਛੇ, ਉਹ ਤੁਹਾਡੇ ਸਾਹਮਣੇ ਆ ਜਾਣਾ। ਸੋ ਬਹੁਤ ਹੀ ਅਸੀਂ ਜੇ ਅਸੀਂ ਕੈਨੇਡਾ ਦੀ ਧਰਤੀ ਦੀ ਗੱਲ ਕਰੀਏ, ਜੇ ਮੈਂ ਸਰੀ ਸ਼ਹਿਰ ਦੀ ਗੱਲ ਕਰਾਂ, ਤੇ ਬੜੇ ਅਸੀਂ ਭਾਗਾਂ ਵਾਲੇ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਤੋਂ ਇੱਕ ਆਲਾ ਜਿਹੜੇ ਰਾਈਟਰ ਆ, ਲਿਖਾਰੀ ਆ, ਲੇਖਕ ਤੇ ਲੇਖਕਾਵਾਂ ਆ। ਤੇ ਅਕਸਰ ਮੈਂ ਇਹਨਾਂ ਦੀਆਂ ਮਹਿਫਲਾਂ ਦੇ ਵਿੱਚ ਵੀ ਜਾਂਦੀ ਰਹਿੰਦੀ ਹਾਂ, ਤੇ ਮੇਰੀ ਆਪਣੀ ਲਾਇਬ੍ਰੇਰੀ ਦਾ ਸ਼ਿੰਗਾਰ ਆ ਇਹਨਾਂ ਦੀਆਂ ਕਿਤਾਬਾਂ। ਬੜਾ ਚੰਗਾ ਲੱਗਦਾ ਜਦੋਂ ਆਪਣੇ ਸ਼ਹਿਰ ਦੀਆਂ ਸ਼ਖਸੀਅਤਾਂ ਦੇ ਨਾਲ ਰੂਬਰੂ ਹੋਈਦਾ, ਉਹਨਾਂ ਨੂੰ ਲਿਆ ਕੇ ਤੁਹਾਡੇ ਰੂਬਰੂ ਕਰੀਦਾ। ਕਈ ਵਾਰ ਅਸੀਂ ਇਹਨਾਂ ਦੀਆਂ ਕਈ ਲਿਖਤਾਂ ਨੂੰ ਜ਼ਿੰਦਗੀ 'ਚ ਉਹੀ ਅਸੀਂ ਆਪਣੇ ਸੋਸ਼ਲ ਮੀਡੀਆ 'ਤੇ ਉੱਕਰ ਦਿੰਦੇ ਹਾਂ, ਅਤੇ ਲੋਕੀ ਪੁੱਛਦੇ ਆ ਕਿ ਇਹ ਲਿਖਤ ਕਿਹਦੀ ਆ। ਪਿੱਛੇ ਜੇ ਮੈਂ ਇੱਕ ਛੋਟੀ ਜਿਹੀ ਪੋਸਟ ਪਾਈ ਸੀ, ਸੱਚ ਬੋਲਣ ਦੀ ਕਸਮ ਜਦੋਂ ਦੀ ਪਾਈ ਏ, ਉਹ ਮੁਸ਼ਕਿਲ ਕਿਹੜੀ ਜੋ ਨਾ ਆਈ ਏ। ਦੁਨੀਆ ਵਿੱਚ ਜਿਹੜੇ ਸੱਚ ਕਮਾ ਗਏ ਨੇ, ਸੂਰਜ ਬਣ ਕੇ ਸਾਡੇ ਰਾਹ ਰੁਸ਼ਨਾ ਗਏ ਨੇ। ਚੰਦ ਫਰਵਾਹੀ ਕਰਦੀ ਯਾਦ ਲੁਕਾਈ ਏ, ਸੱਚ ਬੋਲਣ ਦੀ ਕਸਮ ਜਦੋਂ ਦੀ ਪਾਈ ਆ। ਤੇ ਕਹਿੰਦੇ ਸੱਚ ਬੋਲਣਾ ਕੱਚ ਤੇ ਤੁਰਨ ਬਰਾਬਰ ਹੁੰਦਾ, ਤੇ ਕੋਈ ਕੋਈ ਵੇਲਾ ਹੀ ਅੜਦਾ ਆ ਸੱਚ ਤੇ ਅੱਜ ਅਸੀਂ ਜਿਹੜੀ ਗੱਲਬਾਤ ਕਰਨੀ ਆ, ਜਿਨ੍ਹਾਂ ਦੀ ਕਵਿਤਾਵਾਂ ਦੇ ਮੈਂ ਬੋਲ ਸਾਂਝੇ ਕਰਦੀ ਰਹਿੰਦੀ ਆ ਅਕਸਰ ਤੁਹਾਡੇ ਨਾਲ, ਲਿਖਤ ਦੇ ਰਾਹੀਂ ਜਾਂ ਆਪਣੇ ਬੋਲਾਂ ਦੇ ਰਾਹੀਂ। ਅੱਜ ਉਹ ਸ਼ਖਸੀਅਤ ਸਾਡੇ ਸਟੂਡੀਓ 'ਚ ਪਹੁੰਚੇ ਹੋਏ ਨੇ, ਹਰਚੰਦ ਸਿੰਘ ਬਾਗੜੀ। ਬੜੇ ਸਤਿਕਾਰਯੋਗ ਨੇ, ਸਮਾਂ ਕੱਢਿਆ ਇਹਨਾਂ ਦਾ। ਆਓ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ। ਬਾਗੜੀ ਸਾਹਿਬ ਜੀ ਆਇਆਂ ਨੂੰ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬਲਜਿੰਦਰ ਜੀ, ਤੁਹਾਨੂੰ, ਸਾਂਝਾ ਟੀਵੀ ਦੀ ਸਾਰੀ ਟੀਮ ਨੂੰ, ਤੇ ਆਪਣੇ ਬੋਲਣ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਗੁਰਫਤਿਹ ਜੀ। ਬੜਾ ਵਧੀਆ ਲੱਗਦਾ ਤੁਸੀਂ ਆਪਣਾ ਇੰਨਾ ਬਿਜ਼ੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਆਏ ਹੋ, ਔਰ ਚੰਗਾ ਲੱਗਦਾ, ਤੇ ਤੁਹਾਡੀਆਂ ਲਿਖਤਾਂ ਹਮੇਸ਼ਾ ਹੀ ਸਾਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ। ਥੈਂਕ ਯੂ ਜੀ। ਤੇ ਤੁਸੀਂ ਟਾਈਮ ਦਿੱਤਾ ਹੈਗਾ। ਬਾਕੀ ਤੁਹਾਡੇ ਪ੍ਰੋਗਰਾਮ ਦੇਖਦੇ ਰਹਿੰਦੇ ਆ। ਥੈਂਕ ਯੂ ਜੀ। ਬੜੇ ਸੋਹਣੇ ਲੱਗਦੇ ਹੈਗੇ ਆ, ਤੇ ਸਾਰੇ ਹਰ ਇੱਕ ਜਿਹੜਾ ਤੁਸੀਂ ਲੈ ਕੇ ਆਉਣਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਤੇ ਇੱਕ ਸੇਵਾ ਕਰਦੇ ਰਹੋ। ਥੈਂਕ ਯੂ। ਬਿਲਕੁਲ ਜੀ, ਕੋਸ਼ਿਸ਼ ਕਰੀਦੀ ਆ, ਪਰ ਜਦੋਂ ਸ਼ਾਬਾਸ਼ ਮਿਲ ਜਾਂਦੀ ਆ ਤੁਹਾਡੇ ਵਰਗੀਆਂ ਸ਼ਖਸੀਅਤਾਂ ਤੋਂ, ਤੇ ਹੋਰ ਕੁਝ ਕਰਨ ਦਾ ਮਨ ਦੇ ਵਿੱਚ ਆਉਂਦਾ ਕਿ ਵਾਕਿਆ ਹੀ ਜੇ ਸਾਡੇ ਕੰਮ ਦੀ ਸ਼ਲਾਘਾ ਹੋ ਰਹੀ ਹੈ ਤਾਂ ਮਤਲਬ ਅਸੀਂ ਸਹੀ ਕਰ ਰਹੇ ਹਾਂ। ਦੇਖੋ, ਜਦੋਂ ਤੁਹਾਡਾ ਨਾ ਪ੍ਰੋਗਰਾਮ ਖਤਮ ਹੋਣ ਵਾਲਾ ਹੁੰਦਾ, ਉਦੋਂ ਇਦਾਂ ਲੱਗਦਾ ਵੀ ਹੋਵੇ ਨਾ ਖਤਮ। ਅੱਛਾ ਜੀ। ਤੇ ਜਦੋਂ ਹੋ ਜਾਂਦਾ ਤੇ ਫਿਰ ਹੁੰਦਾ ਵੀ ਹੁਣ ਮੁੜ ਕੇ ਕਦੋਂ ਆਊਗਾ। ਜੀ, ਬਹੁਤ ਧੰਨਵਾਦ ਜੀ ਤੁਹਾਡਾ। ਤੇ ਜਦੋਂ ਅਸੀਂ ਲਿਖਤਾਂ ਦੀ ਗੱਲ ਕਰਦੇ ਆ, ਮੇਰੇ ਕੋਲ ਪੂਰਾ ਸੈੱਟ ਆ ਤੁਹਾਡੀਆਂ ਸਾਰੀਆਂ ਕਿਤਾਬਾਂ ਦਾ ਜੀ। ਅਕਸਰ ਮੈਂ ਪੜ੍ਹਦੀ ਰਹਿੰਦੀ ਆ, ਸ਼ੇਅਰ ਵੀ ਕਰਦੀ ਰਹਿੰਦੀ ਆ। ਰਚਨਾਵਾਂ 'ਚੋਂ ਬੜਾ ਕੁਛ, ਅੱਖਰ ਬੜੇ ਡੂੰਘੇ ਲਿਖੇ ਹੁੰਦੇ ਆ, ਬੜਾ ਕੁਛ ਉਹਨਾਂ ਰਚਨਾਵਾਂ 'ਚੋਂ ਸਾਨੂੰ ਮਿਲਦਾ। ਤੇ ਹੁਣ ਪਿਛਲਾ ਸਮਾਂ ਜਿਹੜਾ ਸੀ, 2 ਸਾਲ ਬੜੇ ਔਖੇ ਕੱਢੇ ਅਸੀਂ ਸਾਰਿਆਂ ਨੇ ਜੀ। ਕੋਵਿਡ ਦੇ ਕਰਕੇ ਅਸੀਂ ਇੱਕ ਦੂਏ ਦੇ ਕੋਲ ਨਹੀਂ ਸੀ ਜਾ ਸਕਦੇ, ਮਿਲ ਨਹੀਂ ਸੀ ਸਕਦੇ। ਉਸ ਸਮੇਂ ਦੇ ਵਿੱਚ ਵੀ ਬੜਾ ਕੁਛ, ਸਮਾਂ ਵਿਹਲਾ ਸੀ, ਜਾਣ ਆਉਣ ਨਹੀਂ ਸੀ, ਬੜਾ ਕੁਛ ਲਿਖਿਆ, ਬੜੀਆਂ ਰਚਨਾਵਾਂ ਵੀ ਸਾਹਮਣੇ ਆਈਆਂ। ਉਸ ਤੋਂ ਬਾਅਦ ਕਿਸਾਨ ਅੰਦੋਲਨ ਬੜੇ ਲੰਬੇ ਸਮੇਂ ਚੱਲਿਆ, ਉਦੋਂ ਸਾਰਿਆਂ ਦੀਆਂ ਕਲਮਾਂ ਬਾਖੂਬ ਚੱਲੀਆਂ। ਇੱਕ ਮੋਟੀਵੇਸ਼ਨਲ, ਇੱਕ ਕਹਿ ਲਓ ਕਿ ਇੱਕ
ਉਹਨਾਂ ਨੂੰ ਕਹਿ ਲਓ ਬੂਸਟ ਦਿੰਦੀਆਂ ਸੀ ਤੁਹਾਡੀਆਂ ਸਾਰਿਆਂ ਦੀਆਂ ਲਿਖਤਾਂ। ਜੀ ਤੇ ਉਸ ਤੋਂ ਬਾਅਦ ਹੁਣ ਇਲੈਕਸ਼ਨ ਤੇ ਗੁਰਦੁਆਰਿਆਂ ਦੀਆਂ ਇਲੈਕਸ਼ਨਸ, ਦਿੱਲੀ ਕਮੇਟੀ ਦੀਆਂ ਇਲੈਕਸ਼ਨਸ, ਪਰ ਤੁਹਾਡੀ ਕਲਮ ਨਿਰੰਤਰ ਚੱਲਦੀ ਰਹਿੰਦੀ ਹੈ। ਸੋ ਥੋੜਾ ਜਿਹਾ ਕੋਵਿਡ 'ਚ ਕਰਦੇ ਆ ਕਿ ਉਹ ਸਮਾਂ ਕਿਵੇਂ ਦਾ ਸੀ, ਕਿਵੇਂ ਲੰਘਿਆ? ਜਿਵੇਂ ਜਿਵੇਂ ਤੁਸੀਂ ਆਖਿਆ ਬੜੀ ਮੁਸ਼ਕਲ ਲੰਘਿਆ ਹੈਗਾ, ਤੇ ਬਿਨਾਂ ਕਿਸੇ ਗੁਨਾਹ ਤੋਂ ਸਜ਼ਾ ਕੱਟੀ ਹੈ, ਬਿਲਕੁਲ ਉਹ ਵੀ ਆਪਦੇ ਘਰ ਘਰੇ ਕੈਦੀ ਹੋ ਗਿਆ ਸੀ। ਘਰੇ ਕੈਦੀ ਹੋ ਗਏ। ਕੋਈ ਮਹਿਫਲ ਨਹੀਂ, ਕੋਈ ਵਿਆਹ ਨਹੀਂ, ਕੋਈ ਪਾਰਟੀ ਨਹੀਂ, ਐਦਾਂ ਲਾਈਫ ਸੁੰਨ ਹੋ ਗਈ ਵੀ ਆਹ ਕੀ ਹੋ ਗਿਆ। ਤੇ ਹੁਣ ਵੀ ਜਿਹੜੇ ਲੋਕ ਖੁੱਲ੍ਹਦੇ ਆ ਨਾ, ਉਹਨਾਂ ਦੇ ਖੁੱਲ੍ਹਣ ਨੂੰ ਕਾਫੀ ਟਾਈਮ ਲੱਗਣਾ ਹੈ ਜੀ, ਟਾਈਮ ਲੱਗਣਾ ਜਦੋਂ ਟਾਈਮ ਹੋਣਾ। ਅੱਛਾ ਬਾਗੜੀ ਸਾਹਿਬ, ਜਦੋਂ ਅਸੀਂ ਗੱਲ ਕਰਦੇ ਆ ਕਿ ਘਰ 'ਚ ਹੀ ਕੈਦੀ ਹੋ ਗਏ, ਪਰ ਜਿਹੜੇ ਕਵੀ ਹੁੰਦੇ ਆ, ਲਿਖਾਰੀ ਹੁੰਦੇ ਆ, ਉਹ ਤੇ ਇਕੱਲੇ ਰਹਿ ਕੇ ਜ਼ਿਆਦਾ ਕੁਝ ਲਿਖਦੇ ਆ। ਉਹ ਉਹਨਾਂ ਦੀ ਤਾਂ ਆਦਤ ਵੀ ਹੁੰਦੀ ਆ ਕਿ ਚੁੱਪ ਸ਼ਾਂਤ ਹੋ ਕੇ ਬਹਿ ਕੇ ਲਿਖਣਾ। ਸੋ ਤੁਹਾਨੂੰ ਤਾਂ ਬੜਾ ਸਮਾਂ ਮਿਲਿਆ ਹੋਵੇਗਾ ਲਿਖਣ ਲਈ। ਇੰਨਾ ਲਿਖਿਆ ਪਿਆ ਜੀ ਕਿਉਂ? ਬੜਾ ਕੁਝ ਲਿਖਿਆ, ਕਿਸਾਨੀ ਸੰਘਰਸ਼ ਦੇ ਉੱਤੇ ਬਹੁਤ ਕੁਝ ਲਿਖਿਆ ਜਾ ਚੁੱਕਿਆ, ਕਰੋਨੇ ਤੇ ਬੜਾ ਕੁਝ ਲਿਖਿਆ ਜਾ ਚੁੱਕਿਆ। ਤੇ ਅੱਜ ਆਪਾਂ ਸਾਰੇ ਨਾਲ ਆਪਣੀਆਂ ਕਿਤਾਬ ਵੀ ਕੋਈ ਤਿਆਰ ਕਰ ਲਈ ਇਸ ਸਮੇਂ ਦੇ ਵਿੱਚ? ਕਿਤਾਬਾਂ ਤਾਂ 2-3 ਕਿਤਾਬਾਂ ਦਾ ਜਿਹੜਾ ਮੈਟਰ ਬਣਿਆ ਪਿਆ ਜੀ, ਪਰ ਇੰਡੀਆ ਜਾ ਨਹੀਂ ਹੋਇਆ, ਤੇ ਇਸ ਲਈ ਅਜੇ ਸਭ ਕੁਝ ਠੱਪ ਪਿਆ। ਅੱਛਾ ਜੀ, ਜਾਨੀ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕਿਤਾਬਾਂ ਆਉਣਗੀਆਂ ਤੁਹਾਡੀਆਂ? ਜੀ ਬਹੁਤ ਛੇਤੀ ਆਉਣਗੀਆਂ। ਤੇ ਜਦੋਂ ਅਸੀਂ ਕਰਦੇ ਹਾਂ ਲਿਖਤਾਂ ਦੀ, ਤੇ ਨਵੀਆਂ ਲਿਖਤਾਂ ਤੁਸੀਂ ਹਮੇਸ਼ਾ ਲਿਖਦੇ ਰਹਿੰਦੇ ਆ, ਕਿਉਂਕਿ ਜਦੋਂ ਅਸੀਂ ਕਹਿੰਦੇ ਅਸੀਂ ਕਿਸੇ ਕਵੀ ਨਾਲ, ਕਿਸੇ ਰਾਈਟਰ ਨਾਲ ਸਾਂਝ ਪਾਉਣੀ ਆ, ਸਾਡਾ ਹੁੰਦਾ ਕਿ ਐਪਰੀਸ਼ੀਏਟ ਕਰਨਾ, ਲੋਕਾਂ ਨੂੰ ਦੱਸਣਾ, ਪਤਾ ਲੱਗੇ, ਨਵੀਂ ਪੀੜ੍ਹੀ ਨੂੰ ਸਾਹਿਤ ਦੇ ਨਾਲ ਜੋੜਨਾ, ਮਾਂ ਬੋਲੀ ਦੇ ਨਾਲ ਜੋੜਨਾ। ਤੇ ਹੁਣ ਆ ਮਾਂ ਬੋਲੀ ਦਿਵਸ ਲੰਘ ਕੇ ਗਿਆ, ਇੱਕ ਦਿਨ ਦੇ ਲਈ ਤਾਂ ਸਾਰਿਆਂ ਨੇ ਆਪੋ ਆਪਣੇ ਸੋਸ਼ਲ ਮੀਡੀਆ ਤੇ ਪਾਤਾ ਵੀ ਮੈਂ ਮਾਂ ਬੋਲੀ ਦਾ ਪੁੱਤਰ ਹਾਂ ਤੇ ਮੈਂ ਮਾਂ ਬੋਲੀ ਦੀ ਸੇਵਾ ਕਰਦਾ ਹਾਂ। ਇਹ ਸਾਲ ਬਾਅਦ ਫੇਰ ਦਿਨ ਆ ਜਾਣਾ, ਪਰ ਅਸਲ ਦੇ ਵਿੱਚ ਕਿਹੜੇ ਸੇਵਾਦਾਰ ਹੁੰਦੇ ਆ? ਉਹ ਅੱਜ ਸਾਡੇ ਨਾਲ ਬੈਠੇ ਆ, ਜਿਹੜੇ ਲਿਖਦੇ ਹੀ ਰਹਿੰਦੇ ਕਲਮਾਂ ਦੇ ਨਾਲ, ਮਾਂ ਬੋਲੀ 'ਚ ਹੀ ਲਿਖਦੇ ਆ ਤੇ ਮਾਂ ਬੋਲੀ 'ਚ ਹੀ ਗੁਣ ਗਣਾਉਂਦੇ ਆ। ਸੋ ਮਾਂ ਬੋਲੀ ਤੋਂ ਹੀ ਸ਼ੁਰੂ ਕਰਦੇ ਆ। ਸੋ ਅੱਜ ਮਾਂ ਬੋਲੀ ਦੀ ਕੋਈ ਕਵਿਤਾ ਸੁਣਾਓ ਪਹਿਲਾਂ ਸਾਨੂੰ। ਮਾਂ ਬੋਲੀ ਦੀ ਕਵਿਤਾ ਹੈ ਜੀ ਬਲਜਿੰਦਰ ਜੀ। ਕਹਿੰਦਾ ਪੰਜਾਬੀਏ ਜਵਾਨੇ ਜਿੰਦ ਜਾਨ ਤੋਂ ਪਿਆਰੀ ਹੈ। ਕੀ ਬਾਤ ਹੈ। ਪੰਜਾਬੀਏ ਜਵਾਨੇ ਜਿੰਦ ਜਾਨ ਤੋਂ ਪਿਆਰੀ ਏ, ਤੇਰੇ ਤੇ ਪੰਜਾਬੀਆਂ ਨੂੰ ਮਾਣ, ਦੁਨੀਆ ਦੇ ਕੋਨੇ ਕੋਨੇ ਸੋਹਣੀਆਂ ਸੁਨੱਖੀਏ, ਅੱਜ ਤੇਰੀ ਵੱਖਰੀ ਪਛਾਣ। ਕਿ ਹਿਮਾਲਿਆ ਦੇ ਪੈਰਾਂ ਵਿੱਚ, ਪਿੰਡਾਂ ਖੇਤਾਂ ਸ਼ਹਿਰਾਂ ਵਿੱਚ, ਖੇਡ ਖੇਡ ਹੋਈ ਮੁਟਿਆਰ। ਕੀ ਬਾਤ ਹੈ। ਧਰਤ ਪੰਜਾਬ ਦੀ ਤੇ ਪੀਰਾਂ ਤੇ ਪੈਗੰਬਰਾਂ ਦਾ ਰੱਜ ਰੱਜ ਮਾਣਿਆ ਪਿਆਰ, ਫਰੀਦ ਜਿਹੇ ਭਗਤਾਂ ਨੇ ਜਸ ਗਾਇਆ ਰੱਬ ਦਾ, ਤੇਰੇ ਵਿੱਚ ਹੋ ਕੇ ਗੁਲਤਾਨ। ਕੀ ਬਾਤ ਹੈ। ਪੰਜਾਬੀਏ ਜਵਾਨੇ ਜਿੰਦ ਜਾਨ ਤੋਂ ਪਿਆਰੀ ਏ, ਤੇਰੇ ਤੇ ਪੰਜਾਬੀਆਂ ਨੂੰ ਮਾਣ। ਕਹਿੰਦਾ 7 ਸਤਰਾਂ ਦੇ ਵਿੱਚ 5-5 ਨਗ ਜੜੇ, ਉਡਾੜਾ। ਕਹਿੰਦਾ 7 ਸਤਰਾਂ ਦੇ ਵਿੱਚ 5-5 ਨਗ ਜੜੇ, ਹਰ ਨਗ ਲੱਖ ਤੇ ਕਰੋੜ ਦਾ, ਲਗਾ ਮਾਤਰਾਂ ਦਾ ਹਾਰ ਗੁੰਦਿਆ ਪ੍ਰੇਮ ਨਾਲ, ਜਿਹੜਾ 35 ਅੱਖਰਾਂ ਨੂੰ ਜੋੜਦਾ। ਕੀ ਬਾਤ ਹੈ। ਕਹਿੰਦਾ ਨਾਨਕ ਦੀ ਕਲਮ ਨੇ ਨੂਰ ਪਾ ਕੇ ਅੱਖਰਾਂ 'ਚ, ਨਾਨਕ ਦੀ ਕਲਮ ਨੇ ਨੂਰ ਪਾ ਕੇ ਅੱਖਰਾਂ 'ਚ ਕਰ ਦਿੱਤਾ ਰੱਬ ਦੇ ਸਮਾਨ। ਪੰਜਾਬੀਏ ਜਵਾਨੇ ਜਿੰਦ ਜਾਨ ਤੋਂ ਪਿਆਰੀ, ਤੇਰੇ ਤੇ ਪੰਜਾਬੀਆਂ ਨੂੰ ਮਾਣ। ਕਹਿੰਦਾ ਅੱਜ ਤੇਰੇ ਵਾਰਸਾਂ ਨੇ ਤੇਰੀਆਂ ਦੁਆਵਾਂ ਨਾਲ, ਅੱਜ ਤੇਰੇ ਵਾਰਸਾਂ ਨੇ ਤੇਰੀਆਂ ਦੁਆਵਾਂ ਨਾਲ ਆਪਣਾ ਸਿੱਕਾ ਮਨਵਾ ਲਿਆ, ਦੁਨੀਆ ਦੀ ਹਰ ਬੋਲੀ ਬਣੀ ਏ ਸਹੇਲੀ ਤੇਰੀ, ਸਾਰਿਆਂ ਨੂੰ ਸੀਨੇ ਨਾਲ ਲਾ ਲਿਆ। ਕੀ ਬਾਤ ਹੈ। ਦੁਨੀਆ ਦੀ ਹਰ ਬੋਲੀ ਬਣੀ ਏ ਸਹੇਲੀ ਤੇਰੀ, ਸਾਰਿਆਂ ਨੂੰ ਸੀਨੇ ਨਾਲ ਲਾ ਲਿਆ, ਮਿੱਠੀ ਏ ਜਵਾਨ ਦੀ ਏ ਮਿੱਠੇ ਮਿੱਠੇ ਬੋਲ ਤੇਰੇ, ਹਰ ਥਾਂ ਤੇ ਹੋਏ ਪ੍ਰਵਾਨ। ਪੰਜਾਬੀਏ ਜਵਾਨੇ ਜਿੰਦ ਜਾਨ ਤੋਂ ਪਿਆਰੀ ਹੈ। ਅੱਗੇ ਲਿਖਿਆ ਕਿ ਨੂਰ ਤੇਰੇ ਅੱਖਰਾਂ ਦਾ ਆਪਣੀਆਂ ਅੱਖਾਂ ਵਿੱਚ। ਕੀ ਬਾਤ ਹੈ। ਨੂਰ ਤੇਰੇ ਅੱਖਰਾਂ ਦਾ ਆਪਣੀਆਂ ਅੱਖਾਂ ਵਿੱਚ, ਜਿੰਨਾ ਨੇ ਵੀ ਲੈ ਕੇ ਕਿਤੋਂ ਪਾ ਲਿਆ, ਇੱਕ ਦੀਵਾ ਹੋਰ ਲਾ ਕੇ ਆਪਣੇ ਦਿਮਾਗ ਵਿੱਚ ਆਪਣਾ ਨਸੀਬ ਚਮਕਾ ਲਿਆ। ਕੀ ਬਾਤ ਹੈ। ਕਹਿੰਦਾ ਉੱਚੇ ਉੱਚੇ ਅਹੁਦਿਆਂ ਤੇ ਬੈਠੇ ਨੇ ਪੰਜਾਬੀ ਅੱਜ, ਇਹ ਸਭ ਤੇਰਾ ਵਰਦਾਨ। ਪੰਜਾਬੀਏ ਜਵਾਨੇ ਜਿੰਦ ਜਾਨ ਤੋਂ ਪਿਆਰੀ। ਕਹਿੰਦਾ ਲਿਖਣ ਲਿਖਾਉਣ ਵਾਲੇ, ਪੜ੍ਹਨ ਪੜ੍ਹਾਉਣ ਵਾਲੇ, ਜਿੰਨੇ ਵੀ ਨੇ ਨਾਰਾ ਤੇ ਨਾਰੀਆਂ, ਚੰਦ ਫਰਵਾਹੀ ਨਿਤ ਕਰਨ ਅਮੀਰ ਤੈਨੂੰ, ਲਿਖ ਲਿਖ ਲਿਖਤਾਂ ਪਿਆਰੀਆਂ, ਖਿੜਿਆ ਬਗੀਚਾ ਤੇਰਾ ਰਹੇ ਮਹਿਕਾ ਵੰਡਦਾ, ਸਾਲਾ ਸਦਾ ਰਹੇ ਤੂੰ ਜਵਾਨ। ਪੰਜਾਬੀਏ ਜਵਾਨੇ ਜਿੰਦ ਜਾਨ ਤੋਂ ਪਿਆਰੀ। ਕੀ ਬਾਤ ਹੈ। ਅੱਜ ਤੇਰੀ ਵੱਖਰੀ ਪਛਾਣ। ਕੀ ਬਾਤ ਹੈ। ਵਾਕਿਆ ਹੀ ਬਾਗੜੀ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ ਨਾ ਪੰਜਾਬੀ ਜ਼ੁਬਾਨ ਦੀ, ਜਿਹੜਾ ਆਪਣੀ ਮਾਂ ਬੋਲੀ ਬੋਲ ਕੇ ਰਸ ਦੂਜੇ ਦੇ ਅਸੀਂ ਕੰਨਾਂ 'ਚ ਘੋਲ ਸਕਦੇ ਹਾਂ ਨਾ, ਉਹ ਦੂਜੀ ਭਾਸ਼ਾ ਕੋਈ ਵੀ ਮਾੜੀ ਨਹੀਂ ਗੀ, ਜਿਹੜੀ ਮਰਜ਼ੀ ਹੋਵੇ, ਜਿੰਨੀਆਂ ਜ਼ਿਆਦਾ ਇਨਸਾਨ ਨੂੰ ਆਉਂਦੀਆਂ ਉਨਾ ਹੀ ਵਧੀਆ ਆ। ਹਿੰਦੀ ਹੋਵੇ, ਇੰਗਲਿਸ਼ ਹੋਵੇ, ਕੋਈ ਚਾਈਨੀਜ਼ ਆ, ਕੋਈ ਵੀ ਆ,
ਤਾਮਿਲ ਆ ਜਾਂ ਕੋਈ ਵੀ ਭਾਸ਼ਾ ਹੈ, ਪਰ ਜਿਹੜੀ ਆਪਣੀ ਮਾਂ ਬੋਲੀ ਹੁੰਦੀ ਨਾ, ਜਿਹਦੀ ਸਾਨੂੰ ਗੁੜਤੀ ਮਿਲੀ ਹੁੰਦੀ ਆ, ਜਦੋਂ ਉਹਦੇ 'ਚ ਗੱਲ ਕਰੀਦੀ ਆ ਤੇ ਉਹ ਇੱਕ ਵੱਖਰਾ ਹੀ ਸਵਾਦ ਹੁੰਦਾ ਆ। ਚਾਹੇ ਉਹ ਬੋਲੀ ਆ ਹੂੰ ਤੇ ਚਾਹੇ ਉਹ ਖਾਣ ਵਾਲੀ ਚੀਜ਼ ਆ, ਹੂੰ ਜਿਹੜੀ ਤੁਸੀਂ ਨਿੱਕੇ ਹੁੰਦਿਆਂ ਟੇਸਟ ਕਰ ਲਈ ਉਹ ਵੀ ਸਾਰੀ ਉਮਰ ਭੁੱਲਦੀ ਨਹੀਂ। ਦੂਜੀ ਗੱਲ ਇਹ ਵੀ ਹੈਗੀ ਆ, ਜਦੋਂ ਅਸੀਂ ਗੱਲ ਕਰਦੇ ਆ ਬਚਪਨ ਦੀ ਨਾ, ਪੰਜਾਬ ਦੀ ਗੱਲ ਕਰਦੇ ਆ, ਕਿਉਂਕਿ ਅਸੀਂ ਪੰਜਾਬ ਦੀ ਧਰਤੀ ਤੇ ਜੰਮੇ ਪਲੇ ਆ, ਉੱਥੇ ਹੀ ਸਾਡਾ ਬਚਪਨ ਲੰਘਿਆ। ਜਿਹੜਾ ਸਾਡਾ ਬਚਪਨ ਸੀ ਨਾ, ਉਹ ਜਿਹੜੀ ਹੁਣ ਦੀ ਜਨਰੇਸ਼ਨ ਆ, ਬੇਸ਼ੱਕ ਉਹ ਪੰਜਾਬ 'ਚ ਹੀ ਜੰਮਦੀ ਆ, ਜੀ ਉਹਨਾਂ ਨੇ ਉਹ ਬਚਪਨ ਨਹੀਂ ਦੇਖਿਆ। ਜਿਹੜਾ ਤੁਸੀਂ ਦੇਖਿਆ ਉਹ ਅਸੀਂ ਨਹੀਂ ਦੇਖਿਆ, ਜੀ ਜਿਹੜਾ ਅਸੀਂ ਦੇਖਿਆ ਉਹ ਸਾਡੇ ਬੱਚਿਆਂ ਨੇ ਨਹੀਂ ਦੇਖਿਆ, ਬਿਲਕੁਲ। ਜਿਹੜਾ ਸਾਡੇ ਬੱਚਿਆਂ ਨੇ ਦੇਖਣਾ ਉਹ ਉਹਨਾਂ ਦੇ ਬੱਚਿਆਂ ਨੇ ਨਹੀਂ ਦੇਖਣਾ। ਸੋ ਇਹ ਪੀੜ੍ਹੀ ਦਰ ਪੀੜ੍ਹੀ ਜਨਰੇਸ਼ਨ ਬਦਲਦੀਆਂ ਰਹਿੰਦੀਆਂ ਹੈਗੀਆਂ। ਪਰ ਬਚਪਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਚਪਨ ਦੇ ਵਿੱਚ ਬਹੁਤ ਕੁਝ ਹੁੰਦਾ, ਤੇ ਤੁਸੀਂ ਕੋਈ ਕਵਿਤਾ ਬਚਪਨ ਤੇ ਪਰੋਈ ਹੈਗੀ ਹੈ? ਆਪਾਂ ਇੱਕ ਕਵਿਤਾ ਛੋਟੀ ਜਿਹੀ ਹੈ ਜੀ। ਜੀ। ਕਿ ਅਸੀਂ ਜਦੋਂ ਸੀ ਬੱਚੇ, ਅਸੀਂ ਜਦੋਂ ਸੀ ਬੱਚੇ, ਸਾਰੇ ਰਾਹ ਗਲੀਆਂ ਸੀ ਕੱਚੇ, ਘਰ ਘਰ ਅੱਗ ਚੁੱਲ੍ਹਿਆਂ ਵਿੱਚ ਮੱਚੇ, ਲੱਗਦੇ ਬੇਰ ਬੇਰੀਆਂ ਨੂੰ, ਲੱਗਦੇ ਬੇਰ ਬੇਰੀਆਂ ਨੂੰ, ਲੋਕ ਖੁਰਾਕਾਂ ਖਾਂਦੇ, ਦੁੱਧ ਨਾ ਪਾਉਂਦੇ ਡੈਰੀਆਂ ਨੂੰ। ਬਿਲਕੁਲ ਜੀ, ਕੋਈ ਵੀ ਨਹੀਂ ਪਾਉਂਦਾ ਹੁੰਦੇ ਸੀ। ਆਂਢੀ ਗੁਆਂਢੀ ਜਿਨ੍ਹਾਂ ਦੇ ਲਵੇਰਾ ਨਹੀਂ ਸੀ ਹੁੰਦਾ ਨਾ, ਤੇ ਅਗਲਿਆਂ ਨੇ ਇੱਕ ਦੂਏ ਤੋਂ ਮੰਗ ਲੈਣਾ ਵੀ ਅਸੀਂ ਤੁਹਾਡਿਓ, ਜਦੋਂ ਸਾਡੇ ਲਵੇਰਾ ਹੋ ਗਿਆ ਤੇ ਉਦੋਂ ਤੁਸੀਂ ਲੈ ਲਿਓ, ਬਾਰੀ ਦਾ ਬੱਟਾ ਲਾ ਲਿਓ, ਪਰ ਕੋਈ ਵੇਚਦਾ ਨਹੀਂ ਸੀ। ਕਿ 20 ਸਦੀ ਅੱਧੀ ਸੀ ਬੀਤੀ, ਅਸੀਂ ਗੱਲ ਜਦੋਂ ਦੀ ਕੀਤੀ, ਸਾਦੀ ਰਹਿਣ ਸਹਿਣ ਦੀ ਨੀਤੀ, ਸਾਰੇ ਰਲ ਕੇ ਰਹਿੰਦੇ ਸੀ, ਗਰਮੀਆਂ ਦੇ ਵਿੱਚ ਚੜ੍ਹ ਕੋਠਿਆਂ ਉੱਤੇ ਪੈਂਦੇ ਸੀ ਜਦੋਂ ਅਸੀਂ ਸੀ ਬੱਚੇ। ਕਿ ਖੇਤੀ ਹਲਾਂ ਖੂਹਾਂ ਨਾਲ ਕਰਦੇ, ਟਰੈਕਟਰ ਹੈ ਨਹੀਂ ਸੀਗੇ। ਬਿਲਕੁਲ ਜੀ। ਖੇਤੀ ਹਲਾਂ ਖੂਹਾਂ ਨਾਲ ਕਰਦੇ, ਖੁੱਲੇ ਬਗ ਖੇਤਾਂ ਵਿੱਚ ਚਰਦੇ, ਪਾਣੀ ਖੂਹਾਂ ਉੱਤੋਂ ਭਰਦੇ, ਬਰਾਤਾਂ ਥਾਈ 'ਚ ਰਹਿੰਦੀਆਂ ਸੀ, ਨਾ ਕੁਰਸੀ ਨਾ ਮੇਜ਼, ਕੋਰਿਆਂ ਉੱਤੇ ਬਹਿੰਦੀਆਂ ਸੀ ਜਦੋਂ ਅਸੀਂ ਸੀ ਬੱਚੇ। ਜੀ। ਕਹਿ ਚੜ ਕੇ ਟਿੱਡੀ ਦਲਸੀ ਆਉਂਦੇ, ਚੜ ਕੇ ਟਿੱਡੀ ਦਲਸੀ ਆਉਂਦੇ, ਫਸਲਾਂ ਖਾ ਕੇ ਖੇਤ ਮਕਾਉਂਦੇ, ਖੜਕਾ ਕਰਕੇ ਲੋਕ ਉਡਾਉਂਦੇ, ਔਖਾ ਜੂਨ ਗੁਜ਼ਾਰਾ ਸੀ, ਇੱਕ ਦੂਏ ਦੀ ਮਦਦ ਕਰਦਾ ਭਾਈਚਾਰਾ ਸੀ ਜਦੋਂ ਅਸੀਂ ਸੀ ਬੱਚੇ। ਜੀ। ਕਿ ਜਿਹੜੇ ਸਾਲ ਘੱਟ ਮੀਂਹ ਪੈਂਦੇ, ਜਿਹੜੇ ਸਾਲ ਘੱਟ ਮੀਂਹ ਪੈਂਦੇ, ਉਦੋਂ ਖੇਤ ਸੀ ਖਾਲੀ ਰਹਿੰਦੇ, ਲੋਕੀ ਸੋਕੇ ਦੀ ਸੱਟ ਸਹਿੰਦੇ, ਰਲ ਅਰਦਾਸਾਂ ਕਰਦੇ ਸੀ, ਰੱਬ ਦੀ ਇਸ ਕਰੋਪੀ ਕੋਲੋਂ ਬੜੇ ਹੀ ਡਰਦੇ ਸੀ ਜਦੋਂ ਅਸੀਂ ਸੀ ਬੱਚੇ। ਕੀ ਬਾਤ ਹੈ। ਕਿ ਚੜ ਕੇ ਜਦੋਂ ਹਨੇਰੀ ਆਉਂਦੀ, ਹਵਾ ਆਪਣਾ ਜ਼ੋਰ ਵਿਖਾਉਂਦੀ, ਤੂੜੀ ਪੱਠੇ ਸਭ ਉਡਾਉਂਦੀ, ਕੋਈ ਜ਼ੋਰ ਨਾ ਚੱਲਦਾ ਸੀ, ਕੀ ਕਦੋਂ ਹੋ ਜਾਣਾ ਉਦੋਂ ਪਤਾ ਨਾ ਕਰਦਾ ਸੀ ਬਿਲਕੁਲ ਜਦੋਂ ਅਸੀਂ ਸੀ ਬੱਚੇ। ਕਹਿੰਦਾ ਉਸ ਸਮੇਂ ਨਾ ਬਿਜਲੀ ਨਾ ਤਾਰਾਂ, ਉਦੋਂ ਨਾ ਬਿਜਲੀ ਨਾ ਤਾਰਾਂ, ਨਾ ਹੀ ਸਾਰ ਲੈਣ ਸਰਕਾਰਾਂ, ਪਾਣੀ ਖੂਹ ਤੋਂ ਭਰਨ ਮਟਿਆਰਾਂ, ਸਿਰ ਤੇ ਘੜੇ ਚੱਕਦੀਆਂ ਸੀ, ਦਿਨ ਰਾਤ ਕਰਦੀਆਂ ਕਿਰਤਾਂ, ਪਰ ਨਾ ਕਦੇ ਥੱਕਦੀਆਂ ਸੀ। ਬਿਲਕੁਲ। ਕੁੜੀਆਂ ਇੰਨਾ ਕੰਮ ਕਰਦੀਆਂ 24 ਘੰਟੇ ਕੰਮ ਕਰਦੀਆਂ ਸੀ। ਇਹ ਝੋਨਾ ਲੋਕ ਨਹੀਂ ਸੀ ਲਾਉਂਦੇ, ਉਦੋਂ ਲੋਕ ਝੋਨਾ ਨਹੀਂ ਸੀ ਲਾਉਂਦੇ, ਨਰਮੇ ਮੱਕੀ ਕਪਾਹ ਉਗਾਉਂਦੇ, ਖੜੇ ਕਮਾਦ ਨਜ਼ਰ ਸੀ ਆਉਂਦੇ, ਘਲਾੜੀਆਂ ਖੂਬ ਚਲਾਉਂਦੇ ਸੀ, ਗੁੜ ਤੇ ਸ਼ੱਕਰ ਕਰਦੇ ਲੋਕੀ ਆਹ ਬਣਾਉਂਦੇ ਸੀ ਜਦੋਂ ਅਸੀਂ ਸੀ ਬੱਚੇ। ਇਹ ਹੈਗੀ ਕਵਿਤਾ ਜੀ ਜਦੋਂ ਆਪਣੇ ਬੱਚਿਆਂ ਦੀ ਲਾਈਫ ਸੀਗੀ। ਤੇ ਹੁਣ ਇੱਕ ਆਪਾਂ ਕਵਿਤਾ, ਇੱਥੇ ਕੈਨੇਡਾ ਦੇ ਵਿੱਚ ਇੱਕ ਦੁਰਘਟਨਾ ਹੋਈ ਸੀਗੀ, ਸਾਕਾ ਮਾੜਾ ਹੋਇਆ ਸੀਗਾ ਕੈਮਰੂਸ ਦੇ ਵਿੱਚ। ਜਦੋਂ ਅਸੀਂ ਬਗੜੀ ਸਾਹਿਬ ਘੱਟ ਗਿਣਤੀ ਦੀ ਗੱਲ ਕਰਦੇ ਆ ਨਾ, ਸਾਡੀ ਆਪਣੀ ਪੰਜਾਬ ਦੀ ਧਰਤੀ ਤੇ ਵੀ ਘੱਟ ਗਿਣਤੀ ਨਾਲ ਬਹੁਤ ਕੁਝ ਹੁੰਦਾ। ਹੁਣ ਮੁਸਲਮ ਭਾਈਚਾਰੇ ਦਾ ਦੇਖ ਲਓ, ਸਿੱਖ ਭਾਈਚਾਰੇ ਦੀ ਗੱਲ ਕਰ ਲਈਏ, ਸੋ ਤਸ਼ੱਦਦ ਬੜੇ ਹੁੰਦੇ ਆ। ਪਰ ਜਿਹੜਾ ਹੁਣ ਕੈਨੇਡਾ ਵਰਗੇ ਇੰਨੇ ਵਧੀਆ ਮੁਲਕ ਦੇ ਵਿੱਚ ਸਾਡੇ ਸਾਹਮਣੇ ਆਇਆ, ਦਿਲ ਨੂੰ ਹਿਲਾਉਣ ਵਾਲੀਆਂ ਗੱਲਾਂ ਸੀ। ਔਰ ਉਹਨਾਂ ਦੇ ਉੱਤੇ ਕਈਆਂ ਕੋ ਸ਼ਬਦ ਹੀ ਨਹੀਂ ਸੀ ਬੋਲਣ ਦੇ ਕਿ ਕੀ ਬੋਲੀਏ। ਉਹਨਾਂ ਬੱਚਿਆਂ ਦਾ, ਮਾਸੂਮਾਂ ਦਾ ਕੀ ਕਸੂਰ ਸੀ? ਕੀ ਕਸੂਰ ਸੀਗਾ? ਔਰ ਤੁਸੀਂ ਗੱਲ ਕੀਤੀ, ਜ਼ਿਕਰ ਕੀਤਾ ਕਿ ਤੁਸੀਂ ਇਹਦੇ ਤੇ ਲਿਖਿਆ, ਵਾਕਿਆ ਹੀ ਇਹ ਜਿਹੜੀਆਂ ਲਿਖਤਾਂ ਇਹ ਸਦੀਵੀ ਰਹਿਣੀਆਂ ਜੀ। ਔਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੂਗਾ ਕਿ ਕਿੰਜ ਜਿਹੜੀਆਂ ਕਬਰਾਂ ਸੀ ਉਹ ਕਦੋਂ ਬਣੀਆਂ ਸੀ ਤੇ ਕਦੋਂ ਬੋਲੀਆਂ ਜਾ ਕੇ। ਸੋ ਮੈਂ ਜ਼ਰੂਰ ਚਾਹੂੰਗੀ ਕੈਮਲੂਪਸ ਦੇ ਵਿੱਚ ਜਿਹੜੀ ਇਹ ਪਹਿਲੀ ਘਟਨਾ ਸਾਹਮਣੇ ਆਈ ਸੀ, ਉਸ ਤੋਂ ਬਾਅਦ ਤਾਂ ਬਹੁਤ ਹੋਰ ਆਈਆਂ, ਪਰ ਮੈਂ ਚਾਹੂੰਗੀ ਕਿ ਜਿਹੜੀ ਤੁਹਾਡੀ ਰਚਨਾ ਜ਼ਰੂਰ ਸਾਂਝੀ ਕਰੋ। ਥੈਂਕ ਯੂ ਜੀ। ਕਵਿਤਾ ਜੀ, ਕਬਰਾਂ ਬੋਲ ਪਈਆਂ। ਕਹਿ ਸੁਣਨ ਵਿੱਚ ਆਇਆ ਜ਼ੁਲਮ ਭਾਰਾ ਹੋਇਆ ਸੀ, ਸੁਣਨ ਵਿੱਚ ਆਇਆ ਜ਼ੁਲਮ ਭਾਰਾ ਹੋਇਆ ਸੀ, ਕੈਮਲੂਪਸ ਕੈਨੇਡਾ ਵਿੱਚ ਕਾਰਾ ਹੋਇਆ ਸੀ। ਕਹਿ ਥੋੜਾ ਚਿਰ ਹੀ ਹੋਇਆ, ਗੱਲ ਇਹ ਬਹੁਤ ਪੁਰਾਣੀ ਨਹੀਂ, ਮਿਲਦੇ ਨੇ ਪ੍ਰਮਾਣ ਅਜੇ ਮਨ ਘੜਤ ਕਹਾਣੀ ਨਹੀਂ, ਮਿਲਦੇ ਨੇ ਪ੍ਰਮਾਣ ਅਜੇ ਮਨ ਘੜਤ ਕਹਾਣੀ ਨਹੀਂ। ਕਹਿੰਦਾ ਆਦਿਵਾਸੀਆਂ ਦਿਓ ਜਬਰੀ ਬੱਚੇ ਲੈ ਗਏ ਸੀ, ਆਦਿਵਾਸੀਆਂ ਦਿਓ ਜਬਰੀ ਬੱਚੇ ਲੈ ਗਏ ਸੀ,
ਕਰਾਂਗੇ ਚੰਗੀ ਦੇਖ ਰੇਖ ਹਥਿਆਰੇ ਕਹਿ ਗਏ ਸੀ। ਆਪਣੇ ਬੱਚਿਆਂ ਵਾਂਗ ਇਹਨਾਂ ਨੂੰ ਅਸੀਂ ਪੜ੍ਹਾਵਾਂਗੇ, ਇਹ ਘਰੋਂ ਕਹੇ ਲਗੇ। ਆਪਣੇ ਬੱਚਿਆਂ ਵਾਂਗ ਇਹਨਾਂ ਨੂੰ ਅਸੀਂ ਪੜ੍ਹਾਵਾਂਗੇ, ਚੰਗੇ ਕੱਪੜੇ ਅਤੇ ਵਧੀਆ ਫੂਡ ਖਵਾਵਾਂਗੇ। ਜੀ ਮੋੜੋ ਘਰ ਨਾ ਆਏ ਖੌਰੇ ਕਿੱਧਰ ਖਪਾ ਦਿੱਤੇ, ਮੋੜੋ ਘਰ ਨਾ ਆਏ ਖੌਰੇ ਕਿੱਧਰ ਖਪਾ ਦਿੱਤੇ, ਬੱਚਿਆਂ ਦੇ ਮਾਂ-ਬਾਪ ਵਿਚਾਰੇ ਦੁੱਖਾਂ 'ਚ ਪਾ ਦਿੱਤੇ, ਬੇਕਸੂਰ ਇਹ ਬੱਚੇ ਕਿਵੇਂ ਮਾਰੇ ਹੋਣੇ ਨੇ। ਜੀ ਬਿਲਕੁਲ। ਦੇਖੋ, ਬੇਕਸੂਰ ਇਹ ਬੱਚੇ ਕਿਵੇਂ ਮਾਰੇ ਹੋਣੇ ਨੇ, ਕਿਵੇਂ ਜ਼ਾਲਮਾਂ ਕਬਰਾਂ ਵਿੱਚ ਉਤਾਰੇ ਹੋਣੇ ਨੇ। ਬੱਚੇ ਹੇਠ ਦਬਾ ਕੇ ਉੱਪਰ ਘਾਹ ਲਵਾ ਦਿੱਤਾ, ਆਪਣੇ ਬੱਚਿਆਂ ਤਾਈਂ ਉੱਪਰ ਖੇਡਣ ਲਾ ਦਿੱਤਾ। ਸਕੂਲਾਂ ਦੇ ਵਿੱਚ ਜੀ ਆਪਣੇ ਬੱਚਿਆਂ ਤਾਈਂ ਉਹਨਾਂ ਨੇ ਖੇਡਣ ਲਾ ਦਿੱਤਾ। ਨਵੀਂ ਇਮਾਰਤ ਪਾਉਣ ਲੱਗੇ ਤਾਂ ਜਾਗੀਆਂ ਕਬਰਾਂ ਨੇ, ਨਵੀਂ ਇਮਾਰਤ ਪਾਉਣ ਲੱਗੇ ਤਾਂ ਜਾਗੀਆਂ ਕਬਰਾਂ ਨੇ, ਹੱਡੀਆਂ ਪਿੰਜਰ ਪੱਟ ਮਸ਼ੀਨ ਨੇ ਦਿੱਤੀਆਂ ਖਬਰਾਂ, ਹੱਡੀਆਂ ਪਿੰਜਰ ਪੱਟ ਜ਼ਮੀਨ ਨੇ ਦਿੱਤੀਆਂ ਖਬਰਾਂ ਨੇ, ਮਾਸ ਤਾਂ ਮਿੱਟੀ ਖਾ ਗਈ, ਹੱਡੀਆਂ ਪਿੰਜਰ ਬਾਕੀ ਨੇ। ਜੀ ਮਾਸ ਤੇ ਮਿੱਟੀ ਖਾ ਗਈ, ਹੱਡੀਆਂ ਪਿੰਜਰ ਬਾਕੀ ਨੇ, ਜੋ ਬੀਤੇ ਵਿੱਚ ਹੋਇਆ ਉਸ ਦੀ ਦੱਸਦੇ ਝਾਕੀ ਨੇ। ਕਹੇ ਕਾਤਲ ਤਾਂ ਹੀ ਰਹਿਮ ਰਤੀ ਨਾ ਆਇਆ ਹੋਵੇਗਾ, ਕਾਤਲ ਤਾਂ ਹੀ ਰਹਿਮ ਰਤੀ ਨਾ ਆਇਆ ਹੋਵੇਗਾ, ਜਦ ਬੱਚਿਆਂ ਨੇ ਰੋ ਰੋ ਵਾਸਤਾ ਪਾਇਆ ਹੋਵੇਗਾ। ਆਖਰੀ ਹੈ ਜੀ, ਇਹ ਖੂਨੀ ਸਾਕਾ ਜਿਸ ਨੇ ਵੀ ਕੀਤਾ ਕਰਵਾਇਆ ਹੈ, ਇਹ ਖੂਨੀ ਸਾਕਾ ਜਿਸ ਨੇ ਵੀ ਕੀਤਾ ਕਰਵਾਇਆ ਹੈ, ਚੰਦ ਫਰਵਾਹੀ ਉਹਨੇ ਵੱਡਾ ਪਾਪ ਕਮਾਇਆ ਹੈ, ਚੰਦ ਫਰਵਾਹੀ ਉਸਨੇ ਵੱਡਾ ਪਾਪ ਕਮਾਇਆ ਹੈ। ਬਿਲਕੁਲ ਜੀ, ਮਾਂ-ਬਾਪ ਨੂੰ ਕੋਈ ਖਬਰ ਸੂ ਪਤਾ ਹੀ ਨਹੀਂ ਸੀ। ਔਰ ਪਹਿਲਾਂ ਇਹ ਕੈਮਲੂਪਸ ਤੋਂ ਗੱਲ ਤੁਰੀ ਤੇ ਫਿਰ ਹੋਰ ਕਾਫੀ ਸਾਰੇ ਸ਼ਹਿਰਾਂ ਵਿੱਚ ਵੀ ਨਿਕਲੀ। ਹਾਂਜੀ, ਕਾਫੀ ਤੱਕ। ਔਰ ਮਾੜਾ ਹੋਇਆ ਜਦੋਂ ਅਸੀਂ ਕਹਿੰਦੇ ਇਹਨਾਂ ਦੇ ਵਿਕਸਿਤ ਦੇਸ਼ਾਂ ਵਿੱਚ ਵੀ ਇਹੋ ਕੁਝ ਆਉਂਦਾ ਆ ਤੇ ਇਨਸਾਨੀਅਤ ਕਿੱਧਰ ਨੂੰ ਜਾ ਰਹੀ ਹੈਗੀ ਆ। ਔਰ ਕੋਵਿਡ ਦੇ ਦੌਰਾਨ ਬੜਾ ਕੁਝ ਸਾਹਮਣੇ ਸਾਡੇ ਆਇਆ, ਅਸੀਂ ਦੁਨੀਆ ਨੂੰ ਰੰਗ ਬਦਲਦੇ ਦੇਖਿਆ, ਆਪਣਿਆਂ ਤੋਂ ਦੂਰ ਭੱਜਣ ਲੱਗੇ। ਬਿਲਕੁਲ ਬਿਲਕੁਲ। ਮਿਲਦਾ ਨਹੀਂ ਸੀ ਕੋਈ ਕਿਸੇ ਨੂੰ, ਬੁਲਾਉਂਦਾ ਨਹੀਂ ਸੀ ਕੋਈ ਕਿਸੇ ਨੂੰ, ਡਰਦੇ ਸੀ ਲੋਕੀ। ਉਸ ਤੋਂ ਬਾਅਦ ਕੋਵਿਡ ਚੱਲਦਿਆਂ ਕਿਸਾਨ ਅੰਦੋਲਨ ਆ ਗਿਆ ਜੀ। ਔਰ ਉਸ ਦੌਰਾਨ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਤੁਸੀਂ ਅੰਦੋਲਨ ਦੇ ਰਿਲੇਟਡ ਕੁਝ ਲਿਖਿਆ ਸੀ ਜੀ। ਹਾਂਜੀ, ਅੰਦੋਲਨ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਕਹਿ ਕੇ ਹਟੇ ਹੋ ਨਾ, ਉਦੋਂ ਘਰ ਨੂੰ ਕੁਛ ਹੈ ਨਹੀਂ ਸੀਗਾ, ਲਿਖੀ ਜਾਂਦੇ ਸੀ, ਕੁਝ ਫੇਸਬੁੱਕ ਤੇ ਪਾ ਦੇਣਾ ਤੇ ਬਾਕੀ ਦਾ ਲਿਖੀ ਜਾਣਾ, ਕਿਸੇ ਨੂੰ ਕਵਿਤਾ ਟੈਲੀਫੋਨ ਤੇ ਸੁਣਾ ਦੇਣੀ। ਉਹਦੀ ਕਵਿਤਾ ਪੇਸ਼ ਕਰਨ ਲੱਗੇ ਜੀ। ਜੀ ਬਿਲਕੁਲ। ਕਹਿੰਦਾ ਬਿਨਾਂ ਲੜੇ ਹੀ ਕਿਰਤੀ ਕਾਮੇ, ਵੇਖੋ ਬਾਜੀ ਮਾਰ ਗਏ। ਕੀ ਬਾਤ ਹੈ। ਬਿਨਾਂ ਲੜੇ ਹੀ ਕਿਰਤੀ ਕਾਮੇ, ਵੇਖੋ ਬਾਜੀ ਮਾਰ ਗਏ, ਫੌਜਾਂ ਕਿਲੇ ਬੰਦੂਕਾਂ ਵਾਲੇ ਇਹਨਾਂ ਕੋਲੋਂ ਹਾਰ ਗਏ। ਫੌਜਾਂ ਕਿਲੇ ਬੰਦੂਕਾਂ ਵਾਲੇ ਇਹਨਾਂ ਕੋਲੋਂ ਹਾਰ ਗਏ, ਉਹ ਬਿਨਾਂ ਲੜੇ ਹੀ ਕਿਰਤੀ ਕਾਮੇ, ਵੇਖੋ ਬਾਜੀ ਮਾਰ ਗਏ। ਕੀ ਬਾਤ ਹੈ। ਅੱਗੇ ਲਿਖਿਆ ਜੀ, ਕਹਿ ਤੋੜ ਰਹਾ ਤੇ ਲਾਏ ਨਾਕੇ, ਸਾਤ ਮਈਓ ਚੱਲਦੇ ਗਏ। ਵੱਡਾ ਹੁੰਦਾ ਗਿਆ ਕਾਫਲਾ, ਨਾਲ ਲੋਕ ਆ ਰਲਦੇ ਗਏ, ਖੌਰੇ ਕਾਹਦੇ ਬਣੇ ਹੋਏ ਨੇ, ਸਭੇ ਕੁਝ ਸਹਾਰ ਗਏ। ਕਿੰਨੀਆਂ ਮੁਸ਼ਕਲਾਂ ਆਈਆਂ, ਬਹੁਤ। ਖੌਰੇ ਕਾਹਦੇ ਬਣੇ ਹੋਏ ਸੀ, ਸਭੇ ਕੁਝ ਸਹਾਰ ਗਏ, ਬਿਨਾਂ ਲੜੇ ਹੀ ਕਿਰਤੀ ਕਾਮੇ, ਦੇਖੋ ਬਾਜੀ ਮਾਰ ਗਏ। ਕੀ ਬਾਤ ਹੈ। ਕਹਿ ਨਾ ਫਰਿਆਦ ਨਾ ਮਿੰਨਤ ਕੀਤੀ, ਨਾ ਫਰਿਆਦ ਨਾ ਮਿੰਨਤ ਕੀਤੀ, ਨਾ ਹੀ ਚੀਕ ਪੁਕਾਰ ਕਰੀ, ਨਾ ਕੁਝ ਪੰਨਿਆ ਨਾ ਲੁੱਟ ਕੀਤੀ, ਮਜਬੂਰ ਇਹ ਸਰਕਾਰ ਕਰੀ, ਤਖਤ ਦਿੱਲੀ ਦਾ ਡੋਲਣ ਲਾਇਆ, ਕੈਸਾ ਮੰਤਰ ਮਾਰ ਗਏ। ਕੀ ਬਾਤ ਹੈ। ਤਖਤ ਦਿੱਲੀ ਦਾ ਡੋਲਣ ਲਾਇਆ, ਕੈਸਾ ਮੰਤਰ ਮਾਰ ਗਏ, ਉਹ ਬਿਨਾਂ ਲੜੇ ਹੀ ਕਿਰਤੀ ਕਾਮੇ, ਦੇਖੋ ਬਾਜੀ ਮਾਰ ਗਏ। ਬਲਜਿੰਦਰ ਜੀ ਅੱਗੇ ਲਿਖਿਆ ਕਿ ਸਿਦਕ ਹੌਸਲਾ ਅਤੇ ਨਿਮਰਤਾ। ਬਿਲਕੁਲ ਜੀ, ਬੜਾ ਸਿਦਕ ਸੀ। ਸਿਦਕ ਹੌਸਲਾ ਅਤੇ ਨਿਮਰਤਾ ਭਾਣੇ ਦੇ ਵਿੱਚ ਰਹਿੰਦੇ ਸੀ। ਰੱਦ ਕਾਨੂੰਨ ਕਰਾਉਣੇ ਅਸੀਂ, ਇਹੋ ਗੱਲ ਹੀ ਕਹਿੰਦੇ ਸੀ। ਬਿਲਕੁਲ ਜੀ, ਬਾਖੂਬੀ। ਰੱਦ ਕਾਨੂੰਨ ਕਰਾਉਣੇ ਅਸੀਂ, ਇਹੋ ਗੱਲ ਹੀ ਕਹਿੰਦੇ ਸੀ। ਜਿਨ੍ਹਾਂ ਨੇ ਕੋਰ ਤਸੀਹੇ ਦਿੱਤੇ ਉਹਨਾਂ ਨੂੰ ਕਰ ਪਿਆਰ ਗਏ, ਉਹਨਾਂ ਰੋਟੀ ਖਵਾਉਂਦੇ ਨੇ ਨਾਲ ਹੀ। ਬਿਲਕੁਲ, ਦੁਸ਼ਮਣ ਨੂੰ ਵੀ ਜੀ ਆਏ ਕਹਿੰਦੇ ਸੀ। ਹਾਂ, ਜਿਨ੍ਹਾਂ ਨੇ ਕੋਰ ਤਸੀਹੇ ਦਿੱਤੇ ਉਹਨਾਂ ਨੂੰ ਕਰ ਪਿਆਰ ਗਏ, ਬਿਨਾਂ ਲੜੇ ਹੀ ਕਿਰਤੀ ਕਾਮੇ, ਦੇਖੋ ਬਾਜੀ ਮਾਰ ਗਏ। ਆਖਰੀ ਹੈ ਜੀ, ਕਹਿੰਦਾ ਮਿਟ ਗਏ ਪਰ ਲਿਖੇ ਨਹੀਂ ਭੋਰਾ। 750 ਬਿਲਕੁਲ ਜੀ। ਮਿਟ ਗਏ ਪਰ ਲਿਖੇ ਨਹੀਂ ਭੋਰਾ, ਆਪਣੀ ਸ਼ਰਤ ਮਨਾਈਏ, 100 ਵਾਰੀ ਨਮਨ ਉਹਨਾਂ ਨੂੰ ਜਿਨ੍ਹਾਂ ਨੇ ਜ਼ਿੰਦਗੀ ਲਾਈ ਹੈ। ਕੀ ਬਾਤ ਹੈ। 100 ਵਾਰੀ ਨਮਨ ਉਹਨਾਂ ਨੂੰ ਜਿਨ੍ਹਾਂ ਨੇ ਜ਼ਿੰਦਗੀ ਲਾਈ ਹੈ, ਚੰਦ ਫਰਵਾਹੀ ਅਕਸ ਕੌਮ ਦਾ, ਯੋਧੇ ਹੋਰ ਨਿਖਾਰ ਗਏ। ਚੰਦ ਫਰਵਾਹੀ
ਅਕਸ ਕੌਮ ਦਾ ਜੋਧੇ ਹੋਰ ਨਖਾਰ ਗਏ, ਬਿਨਾਂ ਲੜੇ ਹੀ ਕਿਰਤੀ ਕਾਮੇ, ਵੇਖੋ ਬਾਜੀ ਮਾਰ ਗਏ, ਫੌਜਾਂ ਕਿਲੇ ਬੰਦੂਕਾਂ ਵਾਲੇ ਇਹਨਾਂ ਕੋਲੋਂ ਹਾਰ ਗਏ। ਬਿਲਕੁਲ ਜੀ, ਸਬਰ ਸੰਤੋਖ ਸਿਦਕ ਦੇ ਨਾਲ ਬੈਠੇ ਰਹੇ ਔਰ ਸਾਲ ਸਾਲ ਤੋਂ ਵੀ ਜ਼ਿਆਦਾ ਜੀ, ਬੜਾ ਸਾਲ ਤੋਂ ਵੀ ਜ਼ਿਆਦਾ, ਪਰ ਪਹਿਲਾਂ ਤਾਂ ਬੜਾ ਪੰਜਾਬ ਔਖਾ 'ਚ ਬੈਠੇ ਸੀਗੇ, ਸਾਲ ਤਾਂ ਉੱਥੇ ਲੱਗ ਗਿਆ ਨਾ 13 ਮਹੀਨੇ ਤਾਂ। ਬਿਲਕੁਲ ਜੀ, ਬੜਾ ਔਖਾ ਸੀ ਉਹ ਸਮਾਂ, ਪਰ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਰਹਿੰਦੀ ਦੁਨੀਆ ਤੱਕ ਸਾਡੇ ਗਾਂਹ ਆਉਣ ਵਾਲੀਆਂ ਜਨਰੇਸ਼ਨ ਨੂੰ ਪਤਾ ਹੋਊਗਾ ਕਿ ਸਾਡੇ ਬਜ਼ੁਰਗਾਂ ਨੇ ਕੀ ਕੀਤਾ ਸੀ। ਇੱਕ ਇੱਕ ਇਨਸਾਨ ਦਾ ਯੋਗਦਾਨ ਜਿਹੜਾ, ਜੇ ਅੱਜ ਆ ਤੁਹਾਡੀ ਕਲਮ ਚੋਂ ਕਵਿਤਾ ਨਿਕਲੀ ਆ ਨਾ, ਤੇ ਇਹ ਕਵਿਤਾਵਾਂ ਨੇ ਵੀ ਨਾਲ ਉਸੇ ਤਰ੍ਹਾਂ ਹੀ ਚੱਲਣਾ ਹੈ। ਜਦੋਂ ਬੱਚਿਆਂ ਨੇ ਇਹ ਹਿਸਟਰੀ ਪੜ੍ਹਨੀ ਆ, ਇਹ ਤੁਹਾਡੇ ਯੋਗਦਾਨ ਵੀ ਨਾਲ ਹੀ ਚੱਲਣੇ ਹੈਗੇ ਆ, ਪਰ ਕਲਮਾਂ ਨੇ ਬੜਾ ਸਾਥ ਦਿੱਤਾ ਔਰ ਜੋਸ਼ ਭਰਿਆ ਲੋਕਾਂ ਦੇ ਵਿੱਚ। ਜੀ ਬਲਜਿੰਦਰ ਜੀ, ਜਿਹੜੀ ਕਲਮ ਆ ਨਾ, ਉਹ ਸਮੇਂ ਨੂੰ ਜਿਹੜੀ ਹੈਗੀ ਆ ਲਿਖਤੀ ਰੂਪ ਦਿੰਦੀ ਹੈ। ਅੱਛਾ ਬਾਗੜੀ ਸਾਹਿਬ, ਜਦੋਂ ਹੁਣ ਕਲਮ ਦੀ ਤੁਸੀਂ ਗੱਲ ਕੀਤੀ ਆ, ਜੀ ਕਲਮ ਫੜ ਤਾਂ ਬੜੇ ਲੋਕ ਲੈਂਦੇ ਆ, ਇਹਨੂੰ ਸਹੀ ਦਿਸ਼ਾ ਦੇ ਵਿੱਚ ਚਲਾਉਣ ਵਾਲੀਆਂ ਬਹੁਤ ਘੱਟ ਕਲਮਾਂ ਹੈਗੀਆਂ ਆ। ਜੀ ਕਲਮ ਜੇ ਚੱਲਦੀ ਆ, ਕਈ ਵਾਰੀ ਜੇ ਸਹੀ ਦਿਸ਼ਾ 'ਚ ਚੱਲ ਗਈ ਤੇ ਬੜਾ ਵੱਡਾ ਬਦਲਾਵ ਲੈ ਆਉਂਦੀ ਆ। ਜੇ ਉਹੀ ਕਲਮ ਗਲਤ ਦਿਸ਼ਾ 'ਚ ਚੱਲ ਗਈ ਤੇ ਬੜਿਆਂ ਨੂੰ ਭਟਕਾ ਵੀ ਦਿੰਦੀ ਆ, ਭਟਕਾਇਆ ਤੋਂ ਵੀ ਲਾ ਦਿੰਦੀ ਆ। ਜੀ ਜੀ ਤੇ ਜਦੋਂ ਹੁਣ ਤੁਸੀਂ ਇਸ ਸਮੇਂ ਦੇ ਵਿੱਚ ਬੈਠੇ ਸੀ, ਸੋਚ ਹਮੇਸ਼ਾ ਉੱਥੇ ਮੋਰਚੇ 'ਚ ਹੀ ਰਹਿੰਦੀ ਹੋਣੀ ਆ, ਪੰਜਾਬ 'ਚ ਹੀ ਰਹਿੰਦੀ ਹੋਣੀ ਆ ਜਦੋਂ ਲਿਖਤਾਂ ਲਿਖਦੇ ਹੋਣੇ ਆ। ਰਾਤ ਨੂੰ 12 ਵਜੇ ਉੱਠ ਖੜੀਏ, 2 ਵਜੇ ਉੱਠ ਖੜੀਏ, ਦਿਨੇ ਤਾਂ ਹੁੰਦੀ ਸੀਗੀ ਤਾਂ ਉੱਥੇ ਗੱਲ ਜਾਂਦੀ ਸੀਗੀ। ਓਏ ਬਿਸਤਰੇ 'ਚ ਪਏ ਆ, ਰਜਾਈ ਉੱਤੇ ਲਈ ਹੋਈ ਆ, ਹੀਟ ਲੱਗੀ ਹੋਈ ਆ, ਤੇ ਫੇਰ ਵੀ ਪਾਲਾ ਲੱਗ ਰਿਹਾ। ਉਹ ਬੰਦੇ ਜਿਹੜੇ ਖੁੱਲੇ ਅਸਮਾਨ 'ਚ ਪਏ ਆ, ਟਰਾਲੀਆਂ 'ਚ ਪਏ, ਟਰਾਲੀਆਂ 'ਚ ਪਏ ਹੈਗੇ ਆ, ਲੱਤਾਂ ਉਹਨੇ ਸਿੱਧੀਆਂ ਨਹੀਂ ਹੋ ਰਹੀਆਂ, ਕਿਵੇਂ ਇੱਕ ਦੂਜੇ 'ਤੇ ਫਸੇ ਪਏ ਆ, ਤੇ ਸਿਰੜ ਕਿੰਨਾ। ਕੋਈ ਚਾਹ ਨਹੀਂ, ਕੋਈ ਪਾਣੀ ਨਹੀਂ, ਕੋਈ ਬਾਥਰੂਮ ਨਹੀਂ, ਕੋਈ ਨਹਾਉਣ ਦਾ ਨਹੀਂ, ਕੱਪੜੇ ਨਹੀਂ ਬਦਲਣ ਦਾ, ਬੱਚਿਆਂ ਨਾਲ ਖੇਡਣ ਦਾ ਟਾਈਮ ਨਹੀਂ, ਤੇ ਉਹਨਾਂ ਨੂੰ ਵਿਚਾਰਿਆਂ ਨੂੰ ਕਾਹਦੀ ਸਜ਼ਾ ਦਿੱਤੀ ਜਾ ਰਹੀ ਆ। ਸੋ ਅੰਦਰੋਂ ਲਫ਼ਜ਼ ਨਿਕਲਦੇ ਸੀ, ਉੱਠ ਕੇ ਅੱਧੀ ਰਾਤ ਨੂੰ ਵੀ ਕਲਮ ਚੱਲ ਜਾਂਦੀ ਸੀਗੀ। ਉਹਦੀ ਉੱਠ ਕੇ ਉਹ ਤਾਂ ਨੀਂਦ ਤਾਂ ਹੁਣ ਆਉਣੀ ਨਹੀਂ, ਕਲਮ ਚੱਕਣੀ, ਸਰਾਣੇ ਪਿਆਂਦਾ, ਉਹ ਤਾਂ ਫਿਰ ਨੋਟ ਕਰਕੇ ਰੱਖ ਦੇਣਾ, ਕਿਉਂ ਭੁੱਲ ਛੇਤੀ ਜਾਂਦਾ ਜਿਹੜਾ ਆਈਡੀਆ ਹੁੰਦਾ। ਤੇ ਉਹ ਜਿਹੜਾ ਪੈਨ ਤੇ ਕਲਮ ਕੋਲੇ ਹੁੰਦੀ ਹੈਗੀ ਆ, ਮਤਲਬ ਕਿ ਪੇਪਰ ਕੋਲੇ ਹੁੰਦਾ, ਜਦੋਂ ਕੋਈ ਚੇਤੇ ਆਉਂਦਾ ਨੋਟ ਕਰਕੇ ਰੱਖ ਦਿੰਦੇ ਆ, ਤੇ ਉਹ ਫਿਰ ਗਾਹਾਂ ਡਿਵੈਲਪ ਹੋ ਜਾਂਦਾ ਹੈਗਾ। ਮਨ ਭਾਵਕ ਵੀ ਹੁੰਦਾ ਹੋਵੇਗਾ ਜਦੋਂ ਲਿਖਦੇ ਭਾਵਕ ਤਾਂ ਇੰਨਾ ਹੁੰਦਾ ਜੀ, ਇੱਕ ਬੰਦਾ ਜਿਹੜਾ ਹੁੰਦਾ ਉਹ ਰੋ ਕੇ ਨਹੀਂ ਦਿਖਾ ਸਕਦਾ, ਪਰ ਅੰਦਰੋਂ ਰੋ ਰਿਹਾ ਹੁੰਦਾ ਬਈ ਅਸੀਂ ਇੱਥੇ ਮੌਜਾਂ ਕਰਦੇ ਆ। ਉਹ ਸਾਡੇ ਬਜ਼ੁਰਗ, ਸਾਡੇ ਭੈਣ ਭਰਾ, ਸਾਡੀਆਂ ਮਾਵਾਂ, ਉਹ ਬੈਠੇ ਨੇ, ਕੋਈ ਸਹੂਲਤ ਨਹੀਂ ਅਜੇ, ਕੋਈ ਪਤਾ ਨਹੀਂ। ਹੁਣ ਤੁਸੀਂ ਸਟੇਸ਼ਨ ਤੇ ਬੈਠੇ ਹੋ, ਕਿਤੇ ਹੋਰ ਬੈਠੇ ਹੋ, ਕਹਿੰਦੇ ਚੱਲ ਗੱਡੀ ਆ ਜੂਗੀ, ਆਪਾਂ ਹੁਣ ਚੜ ਜਾਾਂਗੇ। ਇਹ ਨਹੀਂ ਪਤਾ ਕਿੰਨਾ ਚਿਰ ਦੇ ਬੈਠੇ ਹੋ, ਕਿੰਨਾ ਚਿਰ ਹੋਰ ਬੈਠਣਾ, ਜਿਉਂਦੇ ਘਰੇ ਜਾਣਾ ਨਹੀਂ ਜਾਣਾ। ਜਿਹੜੇ ਉੱਥੋਂ ਇੱਕ ਕੱਪੜਾ ਚੱਕ ਕੇ ਦਿੱਲੀ ਆ ਗਏ, ਉਹਨੂੰ ਕੀ ਪਤਾ ਸੀ ਅਸੀਂ ਮੁੜਨਾ ਕਿ ਨਹੀਂ ਮੁੜਨਾ। ਕਿਸੇ ਨੇ ਕੁੜੀ ਵਿਆਹਣੀ, ਕਿਸੇ ਨੇ ਮੁੰਡਾ ਵਿਆਹਣਾ, ਕਿਸੇ ਨੇ ਚੌ ਕਰਨੇ ਨੇ, ਕਿਸੇ ਨੇ ਘਰ ਪਾਉਣਾ, ਤੇ ਆਪਣੇ ਕਿੰਨੇ ਕੰਮ ਹੁੰਦੇ ਆ। 2 ਦਿਨ ਵੀ ਛੱਡੋ, 2 ਘੰਟੇ ਤੁਸੀਂ ਘਰੋਂ ਬਾਹਰ ਚਲ ਜਾਂਦੇ ਆ, ਤੇ ਬਾਹਰ ਤੁਰਿਆ ਫਿਰਦਿਆਂ ਦੇ ਦਿਮਾਗ 'ਚ ਗੱਲਾਂ ਘੁੰਮਦੀਆਂ ਰਹਿੰਦੀਆਂ ਕਿ ਮੈਂ ਆਹ ਕੰਮ ਕਰਨਾ, ਘਰ ਜਾ ਕੇ ਮੈਂ ਆਹ ਕੰਮ ਕਰਨਾ। ਅਸੀਂ ਕੰਮਾਂ ਕਾਰਾਂ ਤੇ ਆ ਜੀਦਾ 8 ਘੰਟੇ, ਇੱਥੋਂ ਬੈਠੇ ਅਸੀਂ ਦੁਪਹਿਰ ਵੇਲੇ ਸ਼ਾਮ ਦਾ ਸੋਚਣ ਲੱਗ ਪਈਦਾ ਕਿ ਜਾ ਕੇ ਬਣਾਉਣਾ ਘਰ ਕੀ ਆ, ਬੱਚਿਆਂ ਨੂੰ ਕੀ ਖਵਾਉਣਾ। ਤੇ ਉਹ ਦੇਖੋ ਘਰ-ਬਾਰ ਭਰੇ ਭਰਾਏ ਛੱਡ ਕੇ, ਮੰਜੇ ਬਿਸਤਰੇ ਰਜਾਈਆਂ ਛੱਡ ਕੇ, ਤੇ ਸੜਕਾਂ ਤੇ ਆ ਕੇ ਬਹਿ ਗਿਆ। ਇੱਕ ਬਜ਼ੁਰਗ ਆਪਣੇ ਹੁੰਦੇ ਆ, ਉਹ ਉੱਠ ਕੇ ਬਹਿ ਜਾਂਦੇ ਆ, ਲੈ ਬਾਪੂ ਜੀ ਚਾਹ ਪੀ ਲਓ, ਰਜਾਈ ਦੇ ਵਿੱਚ ਹੀ ਚਾਹ ਪੀਣੀ। ਲੈ ਭਾਈ ਮੇਰਾ ਪਾਣੀ ਗਰਮ ਕਰ ਦਿਓ, ਮੈਂ ਨਹਾਉਣਾ। ਪਾਣੀ ਗਰਮ ਕਰਤਾ ਬਾਪੂ, ਪਾਤਾ, ਨਹਾ ਲਾ। ਕਿੱਥੇ ਬਾਪੂ ਉੱਥੇ ਨਾ ਤੱਤਾ ਪਾਣੀ ਕਰਨ ਵਾਲਾ ਕੋਈ, ਨਾ ਕੋਈ ਚਾਹ ਪੁੱਛਣ ਵਾਲਾ। ਤੇ ਰਾਤੀ ਸਾਰੀ ਰਾਤ ਟਰਾਲੀ ਦੇ ਵਿੱਚ ਲੱਤਾਂ ਨਿਸਾਲ ਹੋਈਆਂ, ਤੇ ਮੱਛਰ ਨੇ ਵੱਡ ਖਾਦੇ ਆ। ਕੋਈ ਮੱਛਰਦਾਨੀ ਨਹੀਂ, ਕੋਈ ਪੱਖਾ ਨਹੀਂ, ਕੋਈ ਬਿਜਲੀ ਨਹੀਂ, ਵੀ ਧੰਨ ਨੇ ਉਹ। ਅੱਛਾ ਬਾਗੜੀ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਹਾਂ, ਹਰ ਤਰ੍ਹਾਂ ਦਾ, ਹਰ ਰੰਗ, ਹਰ ਧਰਮ, ਹਰ ਨਸਲ, ਸਾਰੇ ਉਸ ਧਰਤੀ ਤੇ ਰਹਿੰਦੇ ਨੇ। ਅਸੀਂ ਵੀ ਉੱਥੋਂ ਆਏ ਆ। ਪਹਿਲਾਂ ਸਮੇਂ ਹੋਰ ਸੀ, ਹੁਣ ਹੋ ਰਿਹਾ। ਤੇ ਹੁਣ ਜਿੱਦਾਂ ਪੰਜਾਬ ਦੇ ਵਿੱਚ ਡੇਰਿਆਂ ਦਾ ਬੜਾ ਜ਼ੋਰ ਆ ਜੀ। ਸੋ ਇੱਕ ਭਾਵੇਂ ਉਹ ਇਲੈਕਸ਼ਨਸ ਆ, ਭਾਵੇਂ ਉਹ ਕੋਈ ਵੀ ਆ, ਡੇਰਿਆਂ ਦਾ ਬੜਾ ਵੱਡਾ ਰੋਲ ਆ। ਇਲੈਕਸ਼ਨ ਵਿੱਚ ਜ਼ਿਆਦਾ ਆ ਉਹਨਾਂ ਦਾ। ਤੇ ਜਦੋਂ ਹੁਣ ਕਿਸਾਨ ਅੰਦੋਲਨ ਸੀ ਉਦੋਂ ਚੁੱਪ ਸੀ, ਕੋਈ ਨਹੀਂ ਬੋਲਿਆ। ਜਦੋਂ ਕੋਵਿਡ ਸੀ ਉਦੋਂ ਚੁੱਪ ਸੀ। ਤੇ ਜਦੋਂ ਹੁਣ ਇਲੈਕਸ਼ਨ ਆਈਆਂ ਤੇ ਬੜੀ ਰਾਜਨੀਤੀ ਵੀ ਹੋਈ। ਸੋ ਕੁਝ ਇਹੋ ਜਿਹੀਆਂ ਸਾਧਾਂ ਤੇ ਡੇਰਿਆਂ ਵਾਲਿਆਂ ਤੇ ਕੁਝ ਲਿਖਿਆ ਹੈਗਾ? ਹਾਂਜੀ, ਤੇ ਵੀ ਮੈਂ ਕਵਿਤਾ ਲਿਖੀ ਹੈਗੀ, ਜਿਵੇਂ ਤੁਸੀਂ ਪਹਿਲਾਂ ਦੱਸਿਆ ਨਾ ਵੀ ਹਰੇਕ ਟੌਪਿਕ ਦੇ ਉੱਤੇ
ਵਿਸ਼ੇ ਦੇ ਉੱਤੇ ਜੀ। ਲਿਖਿਆ ਗਿਆ। ਹਾਂਜੀ। ਕਵਿਤਾ ਇੱਕ ਕਹਿੰਦਾ ਲੀਡਰ ਨੇਤਾ ਸੀਸ ਨਿਭਾਉਂਦੇ, ਹੂੰ। ਲੀਡਰ ਨੇਤਾ ਸੀਸ ਨਿਭਾਉਂਦੇ ਸਜਦੇ ਕਰਨ ਵਪਾਰੀ, ਚੋਰ ਅਚੱਕੇ ਲੱਤਾਂ ਘੁੱਟਣ ਚੌਰ ਕਰਨ ਨਰ ਨਾਰੀ, ਹੂੰ। ਅੱਜ ਇਸ ਦੁਨੀਆ ਤੇ ਸਾਧ ਕਰਨ ਸਰਦਾਰੀ। ਬਿਲਕੁਲ ਜੀ, ਸਰਦਾਰੀ ਆ, ਕੰਮ ਕੋਈ ਕਰਨਾ ਨਹੀਂ, ਬਸ ਵਿਹਲਿਆਂ ਦੀ ਸਰਦਾਰੀ। ਹੂੰ। ਕਹਿੰਦਾ ਨਾ ਡਿਗਰੀ ਨਾ ਹੁਨਰ ਕੋਈ, ਇਲਮ ਅਕਲ ਦਾ ਤੋੜਾ। ਕੀ ਬਾਤ ਹੈ। ਜਿਹੜਾ ਕਮਲੇ ਤੋਂ ਕਮਲਾ ਨਾ ਉੱਥੇ ਜਾ ਕੇ ਬਹਿ ਜੇ ਹੂੰ। ਉਹ ਰੱਬ ਬਣ ਜਾਂਦਾ। ਬਿਲਕੁਲ ਜੀ। ਨਾ ਡਿਗਰੀ ਨਾ ਹੁਨਰ ਕੋਈ, ਇਲਮ ਅਕਲ ਦਾ ਤੋੜਾ, ਮਹਿੰਗੀਆਂ ਕਾਰਾਂ ਸ਼ੌਕ ਅਬੱਲੇ, ਧਨ ਧਨ ਚੜੇ ਬੇਲੋੜਾ। ਬਿਲਕੁਲ ਜੀ, ਢੇਰ ਲੱਗ ਜਾਂਦੇ ਨੋਟਾਂ ਦੇ। ਮਹਿੰਗੀਆਂ ਕਾਰਾਂ ਸ਼ੌਕ ਅਬੱਲੇ, ਧਨ ਚੜੇ ਬੇਲੋੜਾ, ਡੇਰਿਆਂ ਦੇ ਵਿੱਚ ਬਣੇ ਬੈਠੇ ਉਹ ਗੁਰੂ ਦੇ ਧਾਰੀ। ਗੁਰੂ ਕਹਾਉਂਦੇ ਆ ਉਹ ਜੀ। ਉਹ ਗੁਰੂ ਦੇ ਧਾਰੀ, ਅੱਜ ਇਸ ਦੁਨੀਆ ਤੇ ਸਾਧਾਂ ਦੀ ਸਰਦਾਰੀ। ਅੱਗੇ ਲਿਖਿਆ ਕਿ ਲੋਕ ਗੂੰਗੇ ਬੋਲੇ ਕੀਤੇ, ਹੂੰ। ਲੋਕ ਗੂੰਗੇ ਬੋਲੇ ਕੀਤੇ, ਅੱਖੀਂ ਪੱਟੀ ਲਾਈ, ਕੋਈ ਇਹਨਾਂ ਦਾ ਰਾਹ ਨਾ ਰੋਕੇ, ਇਹ ਕਰਨ ਮਨ ਆਈ, ਧਰਮ ਦੀ ਚਾਦਰ ਹੇਠਾਂ ਲੋਕੋ ਰਹੀ ਫੈਲ ਬਿਮਾਰੀ। ਹੂੰ। ਧਰਮ ਦੀ ਚਾਦਰ ਹੇਠਾਂ ਲੋਕੋ ਰਹੀ ਫੈਲ ਬਿਮਾਰੀ, ਅੱਜ ਇਸ ਦੁਨੀਆ ਤੇ ਸਾਧਾਂ ਦੀ ਸਰਦਾਰੀ। ਅੱਗੇ ਲਿਖਿਆ ਜੀ ਕਹਿੰਦਾ ਗੁਰੂ ਘਰਾਂ ਵਿੱਚ ਬਿਰਲੀ ਸੰਗਤ, ਹੂੰ। ਗੁਰੂ ਘਰਾਂ ਵਿੱਚ ਬਿਰਲੀ ਸੰਗਤ, ਡੇਰੇ ਭੀੜਾਂ ਜੁੜੀਆਂ, ਜਾ ਸਾਧ ਦੇ ਪੈਰ ਪੂਜਦੇ ਬੰਦੇ ਕੁੜੀਆਂ ਬੁੜੀਆਂ, ਅੱਜ ਕਰੋੜਾਂ ਵਿੱਚ ਖੇਡਦੇ ਜਿਹੜੇ ਕੱਲ ਭਿਖਾਰੀ। ਜੀ। ਬਿਲਕੁਲ ਜੀ। ਅੱਜ ਇਸ ਦੁਨੀਆ ਤੇ ਸਾਧਾਂ ਦੀ ਸਰਦਾਰੀ। ਕਹਿੰਦਾ ਪਹਿਲਾਂ ਨੂੰਹ ਫਿਰ ਨੂੰਹ ਦੇ ਮੁੰਡਾ, ਪਹਿਲਾਂ ਨੂੰਹ ਫਿਰ ਨੂੰਹ ਦੇ ਮੁੰਡਾ, ਮੰਗਣ ਮਾਈਆਂ ਜਾ ਕੇ, ਨੂੰਹਾਂ ਤਾਂ ਹੀ ਨਾਲ ਲਿਆਵਣ ਹਾਰ ਸ਼ਿੰਗਾਰ ਲਗਾ ਕੇ, ਮੱਥਾ ਟੇਕਣ ਜਾਂਦੇ। ਹੂੰ। ਕਹਿ ਭੋਰੇ ਦੇ ਵਿੱਚ ਦੇਣ ਥਾਪੜੇ, ਪੀ ਪੀ ਦਾ ਰੂਪ ਖੁਮਾਰੀ, ਅੱਜ ਇਸ ਦੁਨੀਆ ਤੇ ਸਾਧਾਂ ਦੀ ਸਾਧਾਂ ਸਰਦਾਰੀ। ਦੀ ਸਰਦਾਰੀ। ਕਹਿੰਦਾ ਅਨਪੜ੍ਹ ਨਾਲੋਂ ਪੜ੍ਹੇ ਮੂਹਰੇ, ਹੂੰ। ਅਨਪੜ੍ਹ ਨਾਲੋਂ ਪੜ੍ਹੇ ਮੂਹਰੇ, ਬੰਦਿਆਂ ਨਾਲੋਂ ਬੁੜੀਆਂ, ਉਹ ਸੋਨੇ ਤੋਂ ਵੀ ਵੇਚੇ ਮਹਿੰਗੀਆਂ ਸਾਧ ਸੁਆਹ ਪੁੜੀਆਂ। ਬਿਲਕੁਲ ਜੀ। ਸੋਨੇ ਤੋਂ ਵੀ ਵੇਚੇ ਮਹਿੰਗੀਆਂ ਸਾਧ ਸੁਆਹ ਦੀਆਂ ਪੁੜੀਆਂ, ਸਮਝ ਨਹੀਂ ਆਉਂਦੀ ਕਿਵੇਂ ਇਹਨਾਂ ਨੇ ਲੋਕਾਂ ਦੀ ਮੱਤ ਮਾਰੀ, ਅੱਜ ਇਸ ਦੁਨੀਆ ਤੇ ਸਾਧ ਕਰਨ ਸਰਦਾਰੀ। ਹੂੰ। ਕਹਿੰਦਾ ਡੇਰੇ ਦੇ ਵਿੱਚ ਵੋਟਾਂ ਮੰਗਣ, ਬਿਲਕੁਲ ਜੀ। ਡੇਰੇ ਦੇ ਵਿੱਚ ਵੋਟਾਂ ਮੰਗਣ, ਲੀਡਰ ਚੱਲ ਚੱਲ ਆਉਂਦੇ, ਭਰ ਭਰ ਬੋਰੇ ਨੋਟਾਂ ਦੇ ਉਹ ਸਾਧਾਂ ਥਾਈਂ ਚੜਾਉਂਦੇ। ਬਿਲਕੁਲ ਜੀ। ਭਰ ਭਰ ਬੋਰੇ ਨੋਟਾਂ ਦੇ ਉਹ ਸਾਧਾਂ ਤਾਈਂ ਚੜਾਉਂਦੇ, ਮਿਹਰ ਕਰ ਦਿਓ ਮੇਰੇ ਉੱਤੇ ਬਾਬਾ ਜੀ ਇਸ ਵਾਰੀ। ਕੀ ਬਾਤ ਹੈ। ਕਿ ਮਿਹਰ ਕਰਦੇ ਮੇਰੇ ਉੱਤੇ ਬਾਬਾ ਜੀ ਇਸ ਵਾਰੀ, ਅੱਜ ਇਸ ਦੁਨੀਆ ਤੇ ਸਾਧ ਕਰਨ ਸਰਦਾਰੀ। ਕਹਿੰਦਾ ਦੇਸ਼ ਵਿਦੇਸ਼ੀ ਪਿੰਡੀ ਸ਼ਹਿਰੀ ਇਹਨਾਂ ਜਾਲ ਵਿਛਾਏ, ਹੂੰ। ਦੇਸ਼ ਵਿਦੇਸ਼ੀ ਪਿੰਡੀ ਸ਼ਹਿਰੀ ਇਹਨਾਂ ਜਾਲ ਵਿਛਾਏ, ਲੋੜਾ ਮਾਰੇ ਅੰਧ ਵਿਸ਼ਵਾਸੀ ਚੁੰਗਲ ਵਿੱਚ ਫਸਾਏ, ਨਾਨਕ ਜੀ ਹਰ ਰਾਹ ਤੇ ਬੈਠਾ ਹੁਣ ਤੇ ਬਲੀ ਕੰਧਾਰੀ। ਕੀ ਬਾਤ ਹੈ। ਨਾਨਕ ਜੀ ਹਰ ਰਾਹ ਤੇ ਬੈਠਾ ਹੁਣ ਤੇ ਬਲੀ ਕੰਧਾਰੀ, ਅੱਜ ਇਸ ਦੁਨੀਆ ਤੇ ਸਾਧਾਂ ਦੀ ਸਰਦਾਰੀ। ਕਹਿੰਦਾ 24 ਘੰਟੇ ਸਾਧ ਦੀ ਰਾਖੀ ਰਹਿਣ ਗਾਰਦਾਂ ਖੜੀਆਂ, ਹੂੰ। ਸਾਧ ਦੀ ਰਾਖੀ ਬਿਲਕੁਲ ਜੀ। 24 ਘੰਟੇ ਸਾਧ ਦੀ ਰਾਖੀ ਰਹਿਣ ਗਾਰਦਾਂ ਖੜੀਆਂ, ਬਹੁਤ ਕੀਮਤੀ ਗੰਨਾ ਗੋਲੀਆਂ ਹੱਥਾਂ ਦੇ ਵਿੱਚ ਫੜੀਆਂ। Z+ ਸਿਕਿਉਰਿਟੀ ਹੁੰਦੀ ਹੈ। ਕਹਿੰਦਾ ਕਿਲਿਆਂ ਵਰਗੀ ਕਰਕੇ ਰੱਖਣ ਉੱਚੀ ਚਾਰ ਦੀਵਾਰੀ, ਹੂੰ। ਜਿਵੇਂ ਕਿਲੇ 'ਚ ਬੈਠਾ ਹੁੰਦਾ ਨਾ ਕੋਈ ਰਾਜਾ, ਜੀ। ਅੱਜ ਇਸ ਦੁਨੀਆ ਤੇ ਸਾਧਾਂ ਦੀ ਸਰਦਾਰੀ। ਕਹਿੰਦਾ ਸੱਚੇ ਸੰਤ ਤੇ ਵਿਰਲੇ ਵਿਰਲੇ, ਬਿਲਕੁਲ ਜੀ। ਹੂੰ। ਸੱਚੇ ਸੰਤ ਤੇ ਵਿਰਲੇ ਵਿਰਲੇ ਫਿਰਦੇ ਸਾਧ ਹਜ਼ਾਰਾਂ, ਸਾਧਾਂ ਨਾਲੋਂ ਚੇਲੇ ਮੂਹਰੇ ਫਿਰਨ ਮਾਰਦੇ ਮਾਰਾ, ਹੂੰ। ਡੇਰਿਆਂ ਦੇ ਵਿੱਚ ਫਿੱਟੇ ਫਿਰਦੇ ਜਿਵੇਂ ਸਾਹਣ ਸਰਕਾਰੀ। ਕੀ ਬਾਤ ਹੈ। ਹਾਂ। ਡੇਰਿਆਂ ਦੇ ਵਿੱਚ ਫਿੱਟੇ ਫਿਰਦੇ ਜਿਵੇਂ ਸਾਹਣ ਸਰਕਾਰੀ, ਅੱਜ ਇਸ ਦੁਨੀਆ ਤੇ ਸਾਧਾਂ ਦੀ ਸਰਦਾਰੀ। ਆਖਰੀ ਹੈ ਜੀ ਹੂੰ। ਕਹਿ ਤੂੰ ਵੀ ਚੰਦ ਕੋਈ ਡੇਰਾ ਪਾ ਲੈ, ਕੀ ਬਾਤ ਹੈ। ਚਾਂਦੀ ਚਾਂਦੀ ਹੋ ਜੀ। ਤੂੰ ਵੀ ਚੰਦ ਕੋਈ ਡੇਰਾ ਪਾ ਲੈ, ਰੱਖ ਲੈ 5-7 ਚੇਲੇ, ਹੂੰ। ਮੱਸਿਆ 10ਵੀਂ ਪੂਰਨਮਾਸੀ ਉਹ ਲੱਗੇ ਰਹਿਣਗੇ ਮੇਲੇ। ਕੀ ਬਾਤ ਹੈ। ਹਾਂ। ਤੂੰ ਵੀ ਚੰਦ ਕੋਈ ਡੇਰਾ ਪਾ ਲੈ, ਰੱਖ ਲੈ 5-7 ਚੇਲੇ, ਮੱਸਿਆ 10ਵੀਂ ਪੂਰਨਮਾਸੀ ਲੱਗੇ ਰਹਿਣਗੇ ਮੇਲੇ, ਉਹ ਕਿਰਤ ਕਮਾਈ ਉੱਤੇ ਤਾਂ ਲਾਤੀ ਜ਼ਿੰਦਗੀ ਸਾਰੀ। ਕੀ ਬਾਤ ਹੈ। ਹਾਂ। ਅੱਜ ਇਸ ਦੁਨੀਆ ਤੇ ਸਾਧਾਂ ਦੀ ਸਰਦਾਰੀ, ਕਮਲੀ ਦੁਨੀਆ ਤੇ ਸਾਧ ਕਰਨ ਸਰਦਾਰੀ। ਕੀ ਬਾਤ ਹੈ। ਬਿਲਕੁਲ ਬਾਗੜੀ ਸਾਹਿਬ, ਜਦੋਂ ਅਸੀਂ ਗੱਲ ਕਰਦੇ ਆ ਨਾ ਕਿ ਮੈਸੇਜ ਜਿਹੜੇ ਭਰਪੂਰ ਹੁੰਦੇ ਆ, ਜਿਹੜੀਆਂ ਅਸੀਂ ਗੱਲਾਂ ਕਰਦੇ ਆ, ਜਿਹੜਾ ਅਸੀਂ ਇਹ ਰਚਨਾਵਾਂ ਦੇ ਰਾਹੀਂ ਲੋਕਾਂ ਨੂੰ ਅਸੀਂ ਦਿੰਦੇ ਹੈਗੇ ਆ, ਸੇਧ ਦਿੰਦੇ ਆ, ਜੀ। ਪਰ ਵਿਰਲੇ ਲੋਕ ਹੀ ਸੇਧ ਲੈਂਦੇ ਹੈਗੇ ਆ।
ਪਰ ਮੋਸਟ ਜੇ ਦੇਖਿਆ ਜਾਵੇ ਤੇ ਲੋਕੀ ਇਹਨਾਂ ਗੱਲਾਂ ਨੂੰ ਇੰਨਾ ਤਰਜੀਹ ਨਹੀਂ ਦਿੰਦੇ। ਲੱਖ ਲਿਖ ਦੋ, ਲੱਖ ਤੁਸੀਂ ਸਮਝਾ ਦਿਓ। ਜੇ ਹੁਣ ਅਸੀਂ ਗੱਲ ਕਰੀਏ ਸੌਦਾ ਸਾਧ ਦੀ, ਲੋਕਾਂ ਦੇ ਸਾਹਮਣੇ ਸੱਚ ਨਿਕਲ ਕੇ ਆ ਗਿਆ, ਪਰ ਲੋਕ ਮੰਨ ਹੀ ਨਹੀਂ ਰਹੇ। ਉਹ ਕਹਿੰਦੇ ਆ ਜੀ ਬਾਬਾ ਜੀ ਤਾਂ ਕਿਸੇ ਮਿਸ਼ਨ ਤੇ ਗਏ ਆ, ਮਿਸ਼ਨ ਤੇ ਗਏ ਆ, ਉਹ ਤਾਂ ਕਿਸੇ ਦੇ ਪਾਪ ਹਰਦੇ ਆ। ਜੀ ਜੀ ਬਿਲਕੁਲ। ਵੇਖ ਕੇ ਸਭ ਕੁਝ ਅੱਖਾਂ ਦੇ ਸਾਹਮਣੇ ਦਿਖ ਪਿਆ, ਰੱਬ ਨੇ ਦਿਮਾਗ ਦਿੱਤਾ, ਪਰ ਉਹਨਾਂ ਕੋਲੇ ਪਤਾ ਨਹੀਂ ਕਿਹੜਾ ਇੱਥੇ ਹੁੰਦਾ ਨਾ ਇੱਕ ਜੈਮਰ ਹੁੰਦਾ, ਜੇ ਜੈਮਰ ਲਾ ਦਿਓ ਨਾ ਤਾਂ ਕੋਈ ਬੰਬ ਨਹੀਂ ਚੱਲਦਾ। ਉਹਨਾਂ ਨੇ ਦਿਮਾਗਾਂ ਨੂੰ ਜੈਮਰ ਲਾਏ ਹੋਏ ਨੇ, ਸੋਚ ਸ਼ਕਤੀ ਖਤਮ, ਸੋਚ ਬਾਹਰੋਂ ਕੁਛ ਆ ਨਹੀਂ ਰਿਹਾ। ਵੈਸੇ ਮੇਰਾ ਜੀਤ ਕਰਦਾ ਸੁਣੀ ਜਾਵਾਂ ਤੁਹਾਡੇ ਤੋਂ ਰਚਨਾਵਾਂ, ਪਰ ਸਾਡਾ ਸਮਾਂ ਨਹੀਂ ਇਜਾਜ਼ਤ ਦੇ ਰਿਹਾ। ਪਰ ਤੁਸੀਂ ਇੱਕ ਵਾਅਦਾ ਅੱਜ ਜ਼ਰੂਰ ਕਰੋ ਕਿ ਤੁਸੀਂ ਥੋੜੇ ਕੁ ਸਮੇਂ ਬਾਅਦ ਗੇੜਾ ਲਾ ਜਿਆ ਕਰੋ ਸਾਡੇ ਇੱਥੇ ਸਟੂਡੀਓ 'ਚ। ਦੇਖੋ ਜੀ ਗੇੜਾ ਤਾਂ ਤੁਸੀਂ ਲਵਾਉਣਾ ਹੈਗਾ। ਨਹੀਂ ਜੀ, ਅਸੀਂ ਤਾਂ ਜ਼ਰੂਰ ਯਾਦ ਕਰਿਆ ਕਰਾਂਗੇ, ਪਰ ਤੁਸੀਂ ਦੱਸ ਜੋ ਵੀ ਇਦਾਂ ਦੀਆਂ ਰਚਨਾਵਾਂ ਲਿਆਉਂਦੇ ਰਿਹਾ ਕਰੋ ਤਾਂ ਮਹੀਨੇ ਕੁ ਬਾਅਦ ਆ ਜਿਆ ਕਰੋ ਜੀ, ਇੱਕ ਗੇੜਾ ਲਾ ਜਿਆ ਕਰੋ ਇੱਥੇ। ਬਸ ਸਾਨੂੰ ਚੇਤੇ ਕਰਾ ਦਿਆ ਕਰੋ, ਅਸੀਂ ਇੱਥੇ ਆ ਜਾ ਕਰਾਂਗੇ। ਕੱਲ ਜੀ ਇਹ ਮੇਰੀ ਜ਼ਿੰਮੇਵਾਰੀ ਹੈ ਤੇ ਗੇੜਾ ਲਾਉਣਾ, ਕਵਿਤਾਵਾਂ ਨਵੀਆਂ ਲੈ ਕੇ ਪਹੁੰਚ ਜਿਆ ਕਰੋ। ਕੀ ਮੈਸੇਜ ਦਵੋਗੇ ਕਮਿਊਨਿਟੀ ਨੂੰ ਜਾਣ ਤੋਂ ਪਹਿਲਾਂ? ਕਮਿਊਨਿਟੀ ਨੂੰ ਮੈਸੇਜ ਤਾਂ ਹੁਣ ਤੁਸੀਂ ਕਹਿ ਕੇ ਹਟਿਓ ਵੀ ਸੁਣ ਤਾਂ ਸਾਰੇ ਲੈਂਦੇ ਨੇ, ਕਰਦੇ ਉਹਦੀ ਮਰਜ਼ੀ ਹੈਗੇ ਆ ਵੀ ਭਾਈ ਇੱਕ ਤਾਂ ਪਰਮਾਤਮਾ ਜਿਹੜਾ ਹੈਗਾ ਉਹਦਾ ਡਾਇਰੈਕਟ ਲਿੰਕ ਆ ਤੁਹਾਡੇ ਨਾਲ ਜੀ, ਉਹਦੇ ਵਿੱਚ ਵਿਚੋਲਾ ਨਾ ਪਾਓ। ਨਾ ਤਾਂ ਕੋਈ ਤੁਹਾਨੂੰ ਖਬਰ ਜਿਹੜਾ ਹੱਥ ਦੇਖਦਾ ਉਹ ਦੱਸ ਸਕਦੇ ਆ, ਉਹਨੂੰ ਆਪਦਾ ਤਾਂ ਪਤਾ ਨਹੀਂ, ਤੁਹਾਨੂੰ ਕੀ ਦੱਸਣਗੇ। ਤੇ ਫਿਰ ਇਹ ਡੇਰਿਆਂ 'ਚ ਕੁਝ ਨਹੀਂ ਮਿਲਦਾ ਜੀ। ਕਿਰਤ ਕਰਦੇ ਹੋ, ਜਿਹੜਾ ਬੰਦਾ ਕਿਰਤ ਕਰਦਾ ਵੰਡ ਕੇ ਛਕਦਾ, ਗੁਰੂ ਸਾਹਿਬ ਜੀ ਫਰਮਾਨ ਕਰ ਗਏ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ, ਉਹ ਖੁਦ ਰੱਬ ਆ ਜੀ। ਉਹ ਸਾਧਾਂ ਨੂੰ ਆ ਕੇ ਉਹਨਾਂ ਨੂੰ ਪੂਜਣਾ ਚਾਹੀਦਾ, ਜਿਹੜੇ ਕਮਾ ਕੇ ਰੋਟੀ ਪਕਾ ਕੇ ਉਹਦੇ ਮੂੰਹ 'ਚ ਪਾਉਂਦੇ ਆ ਨਾ, ਜਿਹੜੇ ਕਮਾਉਂਦੇ ਆ ਉਹੀ ਜਾ ਕੇ ਪੂਜਾ ਕਰਦੇ ਆ। ਉਹ ਇਹ ਬੇਨਤੀ ਹੈ ਸਾਰਿਆਂ ਨੂੰ, ਉਹ ਭਾਈ ਆ ਕੰਮਾਂ ਨੂੰ ਛੱਡੋ ਤਾਂ ਤੇ ਤੁਸੀਂ, ਤੁਹਾਨੂੰ ਵੋਟ ਦਾ ਹੱਕ ਆ, ਤੁਸੀਂ ਦੇਖੋ ਵੀ ਆਹ ਬੰਦਾ ਠੀਕ ਹੈ, ਆਹ ਨਹੀਂ ਠੀਕ, ਇਹਨੇ ਫਿਊਚਰ ਦੇ ਵਿੱਚ ਆਪਣੇ ਕੰਮ ਆਉਣਾ, ਉਹਨੂੰ ਵੋਟ ਪਾਓ, ਉਹਨੂੰ ਮੂਹਰੇ ਲਾਓ। ਤੇ ਉਹ ਜੇ ਕਹਤਾ ਜੀ ਉਹ ਪੁੱਛ ਕੇ ਆਉਣੇ ਬਾਬਿਆਂ ਨੂੰ ਕਿਹਨੂੰ ਪਾਉਣੀ ਹੈ, ਫਿਰ ਤੁਹਾਡੀ ਸੋਚ ਕਿੱਧਰ ਨੂੰ ਗਈ? ਫਿਰ ਤੁਹਾਡੇ ਪੜ੍ਹੇ ਲਿਖੇ ਕਿਤਾਬਾਂ ਤੇ ਮੱਥਾ ਮਾਰਦਾ ਰੱਬ ਨੇ ਕੱਲੇ ਨੂੰ ਪੂਰੇ ਇੱਕ ਤਾਂ ਅੰਗ ਦਿੱਤੇ ਆ, ਇੱਕ ਦਿਮਾਗ ਦਿੱਤਾ, ਸੋਚ ਦਿੱਤੀ, ਜੀਭ ਦਿੱਤੀ, ਅੱਖਾਂ ਦਿੱਤੀਆਂ, ਉਹ ਸਾਰੇ ਕਾਸੇ ਨੂੰ ਲਾ ਕੇ ਉਹ ਦੇਖਦੇ ਫਿਰਦੇ ਵੀ ਮੈਂ ਪੱਲਾ ਕਿਤੇ ਫੜ, ਅੱਖਾਂ ਮੀਚੀਆਂ, ਪੱਲਾ ਫੜ ਕੇ ਉਹਦੇ ਮਗਰ ਤੁਰੀ ਜਾਂਦੇ ਆ। ਵੀ ਭਾਈ ਮੈਂ ਆਪਣਾ ਤੇ ਇਹੀ ਕਹਿੰਦਾ ਸਾਰਿਆਂ ਨੂੰ। ਬਹੁਤ ਧੰਨਵਾਦ ਜੀ। ਮੈਂ ਜ਼ਰੂਰ ਚਾਹਾਂਗੀ ਕਿ ਅਗਲੀ ਵਾਰ ਫਿਰ ਅਸੀਂ ਤੁਹਾਡੀਆਂ ਹੋਰ ਕਵਿਤਾਵਾਂ ਸੁਣੀਏ, ਪਰ ਅੱਜ ਤੁਸੀਂ ਸਮਾਂ ਦਿੱਤਾ, ਸੋ ਦਿਲੋਂ ਧੰਨਵਾਦ ਹੈ ਜੀ, ਬਹੁਤ ਧੰਨਵਾਦ। ਧੰਨਵਾਦ ਤੁਹਾਡਾ ਵੀ ਜੀ ਤੇ ਆਪਣੀ ਸਾਰੀ ਟੀਮ ਦਾ, ਤੇ ਜਦੋਂ ਵੀ ਹੁਕਮ ਹੋਊਗਾ। ਬਿਲਕੁਲ, ਥੈਂਕ ਯੂ ਜੀ, ਥੈਂਕ ਯੂ। ਤੇ ਕੋਈ ਭਾਈ ਸ਼ਬਦ ਇੱਧਰ ਉੱਧਰ ਦਾ ਕਹਿ ਗਿਆ ਹੋਵੇ ਕਿਸੇ ਨੂੰ ਤੇ ਉਹ ਗੁੱਸਾ ਨਾ ਕਰਿਓ, ਨਹੀਂ, ਕਿਉਂਕਿ ਸਾਂਝਾ ਪਰਿਵਾਰ ਹੈ ਜੀ, ਸਾਂਝਾ ਪਲੇਟਫਾਰਮ ਹਾਂ, ਹੁਣ ਸਾਂਝਾ ਟੀਵੀ ਤੇ ਆਪਣਾ ਸਾਂਝਾ ਪਰਿਵਾਰ ਹੈਗਾ, ਬਿਲਕੁਲ, ਤੇ ਗਲਤੀ ਮਾਫ। ਬਹੁਤ ਧੰਨਵਾਦ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਭਾਈ। ਬਿਲਕੁਲ ਜੀ, ਜਦੋਂ ਅਸੀਂ ਗੱਲ ਕਰਦੇ ਆ ਨਾ, ਲਿਖਤਾਂ ਦੀ ਗੱਲ ਕਰਦੇ ਆ, ਤੇ ਅਸੀਂ ਗੱਲ ਕਰਦੇ ਆ ਕਿ ਸਮਾਜ ਦੇ ਵਿੱਚ ਕੀ ਦੇਣ ਆ, ਤੇ ਬਿਲਕੁਲ ਜੀ ਕਲਮਾਂ ਦੀ ਬੜੀ ਦੇਣ ਆ। ਸੇਧ ਬੜੀ ਦਿੰਦੀਆਂ ਨੇ ਕਲਮਾਂ ਸਾਨੂੰ, ਪਰ ਉਹਦੇ ਤੇ ਅਮਲ ਅਸੀਂ ਕਰਨਾ ਆ। ਸੋ ਇਸੇ ਤਰ੍ਹਾਂ ਮੇਰੀ ਕੋਸ਼ਿਸ਼ ਰਹੂਗੀ ਕਿ ਅਸੀਂ ਇਹਨਾਂ ਨੂੰ ਟਾਈਮ ਟੂ ਟਾਈਮ ਯਾਦ ਕਰਦੇ ਰਹੀਏ ਤੇ ਇਹਨਾਂ ਦੀਆਂ ਰਚਨਾਵਾਂ ਤੁਹਾਡੇ ਤੱਕ ਲਿਆਉਂਦੇ ਰਹੀਏ। ਸੋ ਖਾਸ ਮੁਲਾਕਾਤ ਵਿੱਚ ਅੱਜ ਇੱਥੇ ਤੱਕ ਦਾ ਸਮਾਂ ਸੀ। ਅਗਲੀ ਵਾਰ ਫਿਰ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਰੂਬਰੂ ਹੋਵਾਂਗੀ। ਤਦ ਤੱਕ ਤੁਸੀਂ ਰੱਖਿਓ ਖਿਆਲ। ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।